ਸੁਖਵਿੰਦਰ ਸਿੰਘ ਫਿਟ ਇੰਸਟ੍ਰਕਟਰ ਗੌਰਮੈਂਟ ਆਈਟੀ ਬਰਨਾਲਾ। ਅੱਜ ਇੰਜੀਨੀਅਰਿੰਗ ਡਰਾਇੰਗ ਪਾਰਟ 2 ਦੇ ਵਿੱਚ ਲੈਟਰਿੰਗ, ਡਿਮੈਂਸ਼ਨਿੰਗ ਅਤੇ ਕਨਵੈਂਸ਼ਨਲ ਸਿੰਬਲ ਆਪਾਂ ਕਵਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੈਟਰਿੰਗ ਹੁੰਦੀ ਕੀ ਆ। ਅੱਖਰਗਣ ਇੰਜੀਨੀਅਰਿੰਗ ਡਰਾਇੰਗ ਵਿੱਚ ਲੈਟਰਿੰਗ ਦੀ ਬਹੁਤ ਮਹੱਤਤਾ ਹੈ। ਡਰਾਇੰਗ ਨਾਲ ਸੰਬੰਧਿਤ ਕਈ ਜਾਣਕਾਰੀ ਨੂੰ ਲਿਖ ਕੇ ਦੱਸਿਆ ਜਾਂਦਾ ਹੈ। ਸਹੀ ਆਕਾਰ ਅਤੇ ਸਹੀ ਸਥਾਨ ਦੇ ਲੈਟਰਿੰਗ ਨੂੰ ਡਰਾਇੰਗ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਜਿਵੇਂ ਕਿ A ਤੋਂ ਲੈ ਕੇ Z ਤੱਕ ਅਤੇ ਅੰਕ 0 ਤੋਂ ਲੈ ਕੇ 9 ਤੱਕ ਨੂੰ ਲਿਖਣ ਦੀ ਵਿਧੀ ਨੂੰ ਅੱਖਰਾਂਕਣ ਕਹਿੰਦੇ ਹਨ। ਅੱਖਰਾਂਕਣ ਵਿੱਚ ਅੱਖਰਾਂ ਵਿਚਲੀ ਦੂਰੀ, ਸਪੇਸਿੰਗ ਆਫ ਅਲਫਾਬੈਟਸ ਅਤੇ ਪੰਕਤੀਆਂ ਵਿਚਲੀ ਦੂਰੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਸਾਰੇ A to Z ਜਾਂ 0 to 9 ਸਾਰੇ ਲਿਖ ਲੈਂਦੇ ਹੋ, ਪਰ ਜਿਹੜੇ ਟੈਕਨੀਕਲ ਲੈਟਰ ਹੁੰਦੇ ਨੇ, ਠੀਕ ਆ, ਉਹਨਾਂ ਦਾ ਥੋੜ੍ਹਾ ਜਿਹਾ ਫਰਕ ਹੁੰਦਾ। ਉਹ ਸਾਰੇ ਇੱਕੋ ਫਾਰਮੈਟ ਦੇ ਹੁੰਦੇ ਨੇ। ਤੁਸੀਂ ਲਿਖੋ, ਮੈਂ ਲਿਖਾਂ ਜਾਂ ਕੋਈ ਹੋਰ ਲਿਖੇ, ਉਹ ਆਸਾਨੀ ਨਾਲ ਪੜ੍ਹੇ ਜਾ ਸਕਦੇ ਨੇ, ਕਿਉਂਕਿ ਜਦੋਂ ਉਹਨਾਂ ਦਾ ਫਾਰਮੈਟ ਸੇਮ ਆ, ਉਹਨਾਂ ਦੀ ਸ਼ੇਪ ਸੇਮ ਆ, ਤਾਂ ਪੜ੍ਹਿਆ ਜਾਊਗਾ। ਅਦਰਵਾਈਜ਼ ਆਪਾਂ ਨੂੰ ਕਿਸੇ ਦੀ ਰਾਈਟਿੰਗ ਆਈਡੀ ਉਹ ਪੜ੍ਹਨੀ ਥੋੜ੍ਹੀ ਮੁਸ਼ਕਿਲ ਲੱਗਦੀ ਹੈ। ਤਾਂ ਲੈਟਰਿੰਗ ਆਪਣੇ ਕੋਲ ਜੋ ਟੈਕਨੀਕਲ ਆ 2 ਪ੍ਰਕਾਰ ਦੀ ਹੁੰਦੀ ਹੈ। ਇੱਕ ਹੁੰਦੀ ਹੈ ਗੌਥਿਕ ਲੈਟਰਿੰਗ, ਦੂਜੀ ਹੁੰਦੀ ਹੈ ਰੋਮਨ ਲੈਟਰਿੰਗ। ਜਿਹੜੀ ਆਪਣੇ ਸਿਲੇਬਸ ਦੇ ਵਿੱਚ ਆ ਉਹ ਹੁੰਦੀ ਹੈ ਗੌਥਿਕ ਲੈਟਰਿੰਗ। ਤਾਂ ਗੌਥਿਕ ਲੈਟਰਿੰਗ ਕੀ ਹੁੰਦਾ? ਇਹ ਸ਼ੈਲੀ ਵਿੱਚ ਅੱਖਰ ਸਮਾਨ ਮੋਟਾਈ ਦੇ ਹੁੰਦੇ ਹਨ ਤੇ ਇਹਨਾਂ ਨੂੰ ਲੰਬ ਰੂਪ ਵਿੱਚ ਜਾਂ ਕਿਸੇ ਵੀ ਕੋਣ ਤੇ ਝੁਕਾ ਕੇ ਲਿਖਿਆ ਜਾਂਦਾ ਹੈ। ਜਾਂ ਤਾਂ ਸਿੱਧੇ ਹੁੰਦੇ ਨੇ ਜਾਂ ਇਨਕਲਾਈਨਡ ਹੁੰਦੇ ਨੇ। ਇੱਕ ਗੱਲ ਨੋਟ ਕਰਿਓ, ਜਿਹੜੇ ਐਂਗਲ ਇਨਕਲਾਈਨਡ ਹੁੰਦੇ ਨੇ ਉਹ 75 ਡਿਗਰੀ ਉੱਤੇ ਇਨਕਲਾਈਨਡ ਹੁੰਦੇ ਨੇ। 75 ਡਿਗਰੀ ਆਪਾਂ ਨੇ ਐਂਗਲ ਵਰਤਣਾ ਇਨਕਲਾਈਨਡ ਲੈਟਰਿੰਗ ਵਾਸਤੇ, ਇਨਕਲਾਈਨਡ ਗੌਥਿਕ ਲੈਟਰਿੰਗ ਵਾਸਤੇ। ਜੇਕਰ ਸਟ੍ਰੇਟ ਨੇ ਤਾਂ ਆਪਾਂ ਨੇ ਸਿੱਧੇ ਲਿਖਣੇ ਆ। ਇਹ ਆਮ ਤੌਰ 'ਤੇ 7:4 ਜਾਂ 5:4 ਦੇ ਅਨੁਪਾਤ ਵਿੱਚ ਲਿਆ ਜਾਂਦਾ ਹੈ। 7:4 ਦਾ ਭਾਵ ਹੈ ਕਿ ਅੱਖਰ ਦੀ ਉਚਾਈ 7 ਇਕਾਈ ਅਤੇ ਚੌੜਾਈ 4 ਇਕਾਈ ਰੱਖੀ ਜਾਂਦੀ ਹੈ। ਜੇਕਰ ਤੁਸੀਂ ਲੈਟਰ ਦੀ ਹਾਈਟ ਹੈ ਜਿਹੜੀ ਉਹ 7 mm ਰੱਖਣੀ ਆ, ਤਾਂ 7:4 ਤੋਂ ਭਾਵ ਫਿਰ ਉਹਦੀ ਚੌੜਾਈ ਕਿੰਨੀ ਰੱਖਣੀ ਆ? 4 mm। ਇਸੇ ਤਰ੍ਹਾਂ ਜੇ 5:4 ਦੇ ਵਿੱਚ ਲਿਖ ਰਹੇ ਹੋ ਤਾਂ ਜੇ ਲੈਟਰ ਦੀ ਹਾਈਟ ਤੁਸੀਂ 5 mm ਰੱਖ ਰਹੇ ਹੋ ਤਾਂ ਉਹਦੀ ਚੌੜਾਈ ਕਿੰਨੀ ਰੱਖਣੀ ਆ? 4 mm। ਜ਼ਿਆਦਾਤਰ ਪੇਪਰ ਦੇ ਵਿੱਚ ਜਿਹੜਾ ਕੁਐਸਚਨ ਆਉਂਦਾ ਉਹ ਇਹੀ ਆਉਂਦਾ ਵੀ ਤੁਸੀਂ ਜਿਹੜੇ ਲੈਟਰ ਲਿਖਣੇ ਉਹ 7:4 ਦੇ ਵਿੱਚ ਲਿਖਣੇ। ਇੱਕ ਹੋਰ ਨੋਟ ਕਰਨ ਵਾਲੀ ਗੱਲ ਹੈ, ਇਹਨਾਂ ਵਿੱਚ ਜਿਹੜਾ I ਅੱਖਰ ਹੁੰਦਾ, I ਨੂੰ ਆਪਾਂ ਲਿਖਦੇ ਹਾਂ, ਉਹ 7:1 'ਚ ਹੁੰਦਾ, ਕਿਉਂਕਿ ਉਹ ਸਿੱਧੀ ਲਾਈਨ ਹੁੰਦੀ ਹੈ ਇੱਕ। ਅਤੇ M ਅਤੇ W ਜਿਹੜੇ 2 ਅੱਖਰ ਹੁੰਦੇ ਨੇ ਇਹ ਥੋੜ੍ਹੇ ਵੱਡੇ ਹੁੰਦੇ ਨੇ, ਇਹ 7:5 'ਚ ਲਿਖੇ ਜਾਂਦੇ ਨੇ। ਜੇ ਇਹਨਾਂ ਦੀ ਹਾਈਟ 7 mm ਹੈ ਤਾਂ ਇਹਨਾਂ ਦੀ ਵਿਡਥ ਆ ਉਹ 5 mm ਲਈ ਜਾਂਦੀ ਹੈ, ਜਦੋਂ ਕਿ ਜਿਹੜੇ ਬਾਕੀ ਸਾਰੇ ਅੱਖਰ ਨੇ ਉਹ 7:4 ਦੇ ਵਿੱਚ ਲਿਖੇ ਜਾਂਦੇ ਨੇ। ਇੱਕ ਇੱਥੇ ਲਿਖਣਾ ਰਹਿ ਗਿਆ, ਇੱਕ J ਹੁੰਦਾ ਅੱਖਰ J, ਉਹ 7:3 ਦੇ ਵਿੱਚ ਲਿਖਿਆ ਜਾਂਦਾ। ਇਹ ਤੁਸੀਂ ਨੋਟ ਕਰਨਾ, I 7:1 ਦੇ ਵਿੱਚ, M ਅਤੇ W 7:5 ਦੇ ਵਿੱਚ ਤੇ J 7:3 ਦੇ ਵਿੱਚ, ਤੇ ਬਾਕੀ ਸਾਰੇ ਜਿਹੜੇ ਲੈਟਰ ਬਾਕੀ ਬਚ ਗਏ ਉਹ 7:4 ਦੇ ਵਿੱਚ ਲਿਖਣੇ ਨੇ। ਇਹ ਤੁਹਾਡੀ ਗੌਥਿਕ ਲੈਟਰਿੰਗ ਆ। ਜਿਸ ਤਰ੍ਹਾਂ ਮੈਂ ਉੱਥੇ ਲਿਖਿਆ ਸੀ ਮੋਟਾਈ ਸਾਰਿਆਂ ਦੀ ਸਮਾਨ ਹੁੰਦੀ ਆ, ਇਸ ਤਰ੍ਹਾਂ ਸਾਰਿਆਂ ਦੀ ਜਿਹੜੀ ਮੋਟਾਈ ਆ ਉਹ ਬਿਲਕੁਲ ਸਮਾਨ। ਦੇਖੋ C ਆ, ਹਰ ਜਗ੍ਹਾ ਇੱਕੋ ਜਿਹਾ ਮੋਟਾ ਗਾ, ਉਹ ਇਸ ਤਰ੍ਹਾਂ DE। ਇਹ ਕਿਸ ਤਰ੍ਹਾਂ ਲਿਖਣੇ ਨੇ ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਉਂਦਾ ਰੋਮਨ ਲੈਟਰਿੰਗ। ਇਸ ਵਿਧੀ ਵਿੱਚ ਅੱਖਰਾਂ ਨੂੰ ਮੋਟੀ ਅਤੇ ਬਰੀਕ ਰੇਖਾਵਾਂ ਦੇ ਮੇਲ ਨਾਲ ਬਣਾਇਆ ਜਾਂਦਾ ਹੈ। ਜਿਵੇਂ ਤੁਸੀਂ C ਕਨੀ ਧਿਆਨ ਦਿਓ, ਇੱਥੋਂ C ਮੋਟਾ, ਇੱਥੋਂ ਵੀ ਮੋਟਾ, ਇੱਥੋਂ C ਕੀ ਆ? ਬਰੀਕ ਹੈਗਾ। ਤਾਂ ਇਹ ਮੋਟੇ ਅਤੇ ਬਰੀਕ ਰੇਖਾਵਾਂ ਦੇ ਮੇਲ ਨਾਲ ਬਣੇ ਜਾਂਦੇ ਨੇ, ਉਹਨਾਂ ਨੂੰ ਕਹਿੰਦੇ ਰੋਮਨ ਲੈਟਰਿੰਗ। ਜੋ ਆਪਣੇ ਸਿਲੇਬਸ ਦੇ ਵਿੱਚ ਆ ਉਹ ਹੈਗਾ ਗੌਥਿਕ ਲੈਟਰਿੰਗ। ਤਾਂ ਸਾਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਕੁਐਸਚਨ ਆਉਂਦਾ, ਰਾਈਟ ਐਨ ਅਲਫਾਬੈਟ ਫਰਮ A to Z with height 7 mm in 7:4। ਤੁਸੀਂ A ਤੋਂ Z ਤੱਕ ਲਿਖਣਾ ਗਾ, ਠੀਕ ਹੈ, 7 mm ਹਾਈਟ ਲੈਣੀ ਹੈ ਤੇ 7:4 ਦੇ ਵਿੱਚ ਲਿਖਣਾ। ਇਹ ਤਾਂ ਬਿਲਕੁਲ ਸਿੰਪਲ ਹੈਗਾ, ਕਿਉਂਕਿ ਹਾਈਟ ਤੁਸੀਂ 7 mm ਲੈ ਲਓਗੇ ਤੇ ਵਿਡਥ ਜਿਹੜੀ ਉਹ 4 mm ਲੈ ਲਓਗੇ। 2 ਲਾਈਨਸ ਲਗਾਓਗੇ, 7 mm ਇੱਕ ਲਾਈਨ ਲਾਓਗੇ, ਫਿਰ ਦੂਜੀ ਲਾਈਨ 7 mm ਦੇ ਗੈਪ ਨਾਲ ਲਾਓਗੇ ਤੇ ਉਹਦੇ ਵਿੱਚ ਤੁਸੀਂ A to Z ਲਿਖਣਾ ਗਾ। ਜਾਂ ਕਈ ਵਾਰ ਲਿਖਣਾ ਆ ਜਾਂਦਾ, ਕੋਈ ਸੈਂਟੈਂਸ ਆ ਜਾਂਦਾ ਜਿਵੇਂ ਹੋਨੈਸਟੀ ਇਜ਼ ਦਾ ਬੈਸਟ ਪਾਲਿਸੀ ਜਾਂ ਗੋਡ ਇਜ਼ ਵਨ, ਉਹ ਲਿਖਣਾ ਆ ਜਾਂਦਾ, ਤੁਸੀਂ ਉਹ ਲਿਖਣਾ ਫ੍ਰੀ ਹੈਂਡ। ਹੁਣ ਆਉਂਦਾ ਕੁਐਸਚਨ ਨੰਬਰ 2, ਰਾਈਟ ਐਨ ਅਲਫਾਬੈਟ ਫਰਮ A to Z with height 10 mm in 7:4। ਜੇਕਰ ਹਾਈਟ ਆਈਡੀ ਉਹ 10 mm ਤਾਂ ਹਾਈਟ ਤਾਂ 10 mm ਆ ਗਈ, ਤਾਂ ਹੁਣ 7:4 ਦੇ ਵਿੱਚ ਆਪਾਂ ਨੇ ਵਿਡਥ ਕੱਢਣੀ ਹੈ। ਤਾਂ ਵਿਡਥ ਕੱਢਣ ਦੇ ਲਈ ਆਪਾਂ ਇੱਕ ਫਾਰਮੂਲਾ ਯੂਜ਼ ਕੀਤਾ। ਹਾਈਟ ਤਾਂ 10 mm ਹੀ ਹੋ ਗਈ, ਵਿਡਥ ਲਈ ਜਿਹੜੀ 7:4 ਹੈ ਉਹਨੂੰ 4/7 ਨਾਲ ਉਲਟਾ ਕਰਕੇ ਮੈਂ ਮਲਟੀਪਲਾਈ ਕਰਤਾ, ਤਾਂ ਜਦੋਂ ਇੱਥੇ ਵਿਡਥ ਆ ਗਈ ਉਹ ਆ ਗਈ 5.71 mm, ਜੋ ਕਿ ਤੁਸੀਂ ਨੇ
ਜਾਣੀ ਕਿ 5.5 ਤੋਂ 6 ਦੇ ਵਿਚਕਾਰ ਲੈਣੀ ਹੈ। ਤੁਸੀਂ ਸਿਰਫ ਇੱਕ ਅੱਖਰ ਮਿਣ ਕੇ ਬਣਾਉਣਾ, ਜਿਵੇਂ A ਬਣਾ ਲਿਆ, ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਚੜਾਈ ਕਿੰਨੀ ਕਾ, ਫਿਰ ਤੁਸੀਂ ਅਪਰੋਕਸੀਮੇਟ ਆ ਜਿਹੜੇ ਬਾਕੀ ਲੈਟਰ ਉਹ ਡਰਾ ਕਰੀ ਜਾਓਗੇ। ਠੀਕ ਹੈ, ਜੇ ਟਾਈਮ ਹੈਗਾ ਤਾਂ ਕੱਲਾ ਲੈਟਰ ਤੁਸੀਂ ਡਾਟ ਲਾ ਲਓ ਤੇ ਮਿਣ ਕੇ ਬਣਾ ਸਕਦੇ ਹੋ। ਉਸੇ ਤਰ੍ਹਾਂ ਜੇ ਹਾਈਟ ਜ਼ਿਆਦਾ ਆ ਜੇ 20 mm ਆ ਜੇ ਤਾਂ ਸੇਮ 20 ਗੁਣਾ 4/7। ਠੀਕ ਹੈ, ਉਸੇ ਤਰ੍ਹਾਂ ਹੀ ਉਹ ਲਗਭਗ 11 mm ਦੇ ਅਕੋਰਡਿੰਗ 11 mm ਦੇ ਕਰੀਬ ਉਸ ਦੀ ਵਿਡਥ ਆ ਜੂਗੀ। ਇਹ ਇੱਕ ਫਾਰਮੂਲਾ ਜਿਸ ਨਾਲ ਤੁਸੀਂ ਜੇਕਰ ਤੁਹਾਨੂੰ 7 mm ਤੋਂ ਬਾਅਦ ਹਾਈਟ ਡਿਫਰੈਂਟ ਆਉਂਦੀ ਹੈ ਤਾਂ ਤੁਸੀਂ ਫਾਈਂਡ। ਹੁਣ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ A ਤੋਂ। ਆਪਾਂ 7 mm ਦੇ ਵਿੱਚ ਲਿਖ ਰਹੇ ਹਾਂ। ਇੱਥੇ ਜਿਹੜੀ ਆਪਾਂ ਲਿਖਣਾ ਹੈਗਾ 7 mm 'ਚ, ਤਾਂ ਤੁਸੀਂ 2 ਲਾਈਨਸ ਲਗਾਉਣੀਆਂ ਨੇ। ਹਾਂ, ਬਹੁਤ ਹਲਕੀਆਂ ਲਾਈਨਸ ਲਾਉਣੀਆਂ ਨੇ 4H ਦੀ ਪੈਨਸਲ ਨਾਲ। ਤੇ ਜਿਹੜਾ ਇਹ ਡਿਸਟੈਂਸ ਰੱਖਣਾ, ਇਹ ਰੱਖਣਾ ਤੁਸੀਂ 7 mm। ਆਪਾਂ ਇਹਦੇ ਵਿੱਚ ਜਿਹੜਾ ਹੈਗਾ ਲਿਖਣਾ ਹੈਗਾ, ਕਿਉਂਕਿ 7:4 ਦੇ ਵਿੱਚ ਆ, ਇਸ ਲਈ ਜਿਹੜੀ ਹਾਈਟ ਹੈਗੀ ਉਹ 7 ਹੈਗੀ, ਜਿਹੜੀ ਹਾਈਟ ਹੈ ਉਹ 7 mm ਹੈ, ਤੇ ਜਿਹੜੀ ਵਿਡਥ ਹੈਗੀ ਉਹ ਹੈਗੀ ਆ 4 mm। ਕੀ ਆ ਵਿਡਥ ਹੈਗੀ ਲੈਟਰ ਦੀ। ਤਾਂ ਆਪਾਂ ਹੁਣ 7 mm 'ਚ ਲਿਖ ਰਹੇ ਹਾਂ, ਤਾਂ ਇਹਦਾ ਮਤਲਬ ਜਿਹੜੀ ਹਾਈਟ ਆ ਉਹ 7 mm ਹੀ ਹੈ, ਤਾਂ ਜਿਹੜੀ ਵਿਡਥ ਆ 4 mm ਹੋ ਗਈ। ਤੇ ਆਪਾਂ ਨੂੰ ਕੁਝ ਫਾਈਂਡ ਆਊਟ ਕਰਨ ਦੀ ਲੋੜ ਨਹੀਂ ਪੈਣੀ। ਜੇਕਰ ਇਹੀ ਆਪਾਂ 10 mm 'ਚ ਲਿਖਦੇ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫਾਰਮੂਲੇ ਦੇ ਅਕੋਰਡਿੰਗ, ਤਾਂ ਜਿਹੜੀ ਹਾਈਟ ਸੀਗੀ ਉਹ 10 mm ਆਉਣੀ ਸੀਗੀ, ਤੇ ਜਿਹੜੀ ਵਿਡਥ ਸੀਗੀ ਉਹ 5.71 mm ਆਉਣੀ ਸੀ, ਜਿਹੜੀ ਕਿ ਤੁਸੀਂ ਅਪਰੋਕਸੀਮੇਟ 6 mm ਲੈ ਸਕਦੇ ਹੋ, ਜਾਂ 5.5 ਤੋਂ ਵੱਧ ਤੇ 6 ਤੋਂ ਘੱਟ ਲੈ ਸਕਦੇ ਹੋ। ਤੁਸੀਂ ਇੱਥੇ ਕੀ ਕਰਨਾ, ਸਿਰਫ ਇੱਕ ਵਾਰੀ ਹੀ ਇੱਕ ਲੈਟਰ ਤੁਸੀਂ ਮਿਣ ਕੇ ਬਣਾਉਣਾ, ਕੋਈ ਮਰਜ਼ੀ। ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਸਾਡੀ ਜਿਹੜੀ ਵਿਡਥ ਆ ਉਹ ਇੰਨੀ ਕੁ ਹੈਗੀ ਆ, ਤੇ ਅਪਰੋਕਸੀਮੇਟ ਤੁਸੀਂ ਆਪਦੇ ਫ੍ਰੀ ਹੈਂਡ ਤੁਸੀਂ ਇਹ ਹੈਗਾ ਉਹ ਡਰਾ ਕਰੀ ਜਾਣਾ। ਤਾਂ ਮੈਂ ਇੱਥੇ ਲਾਈਨਸ ਨਹੀਂ ਲਾ ਰਿਹਾ ਹੈਗਾ, ਕਿਉਂਕਿ ਲਾਈਨਸ ਲਾਊਂਗਾ ਕਨਫਿਊਜ਼ਨ ਹੋ ਜੂਗੀ। ਤਾਂ ਤੁਸੀਂ ਹਲਕੀਆਂ ਲਾਈਨਸ ਲਾਉਣੀਆਂ ਨੇ 7 mm ਦੀਆਂ। ਠੀਕ ਹੈ, ਜੇ 10 mm ਆਇਆ ਤਾਂ 10 mm ਦੀਆਂ ਲਾਈਨਸ ਲਾਉਣੀਆਂ ਨੇ, ਤਾਂ ਲੈਟਰ ਉਹੀ 7:4 'ਚ ਬਣਾਉਣਾ। ਤਾਂ ਸਭ ਤੋਂ ਪਹਿਲਾਂ ਆਪਾਂ 7 mm 'ਚ ਲਿਖ ਰਿਹਾ ਮੈਂ ਇੱਥੇ। ਸਭ ਤੋਂ ਪਹਿਲਾਂ A, ਜਿਹੜੀ A ਦੀ ਵਿਡਥ ਹੈਗੀ ਇੱਥੋਂ ਲੈ ਕੇ ਤੱਕ ਉਹ ਹੈਗੀ ਆ 4 mm, ਹਾਈਟ ਇਹਦੀ ਹੈਗੀ ਆ 7 mm। ਜਿਹੜੀ ਤੁਸੀਂ ਇੱਥੇ ਲਾਈਨ ਲਗਾਉਣੀ ਆ ਉਹ ਤੁਸੀਂ ਇਸ ਤਰ੍ਹਾਂ ਲਾਉਣੀ ਆ ਵੀ ਜਿਹੜੇ ਉੱਪਰ ਡਿਸਟੈਂਸ ਹੈ ਵਾਲਾ ਇਹ 4 mm ਦਾ ਰਹਿ ਜੇ, ਤੇ ਨੀਚੇ ਵਾਲਾ 3 mm ਦਾ ਰਹਿ ਜੇ। ਯਾਨੀ ਕਿ ਉੱਪਰ ਵਾਲਾ ਜਿਹੜਾ ਪਾਰਟ ਹੈ ਇਹ ਵਾਲਾ ਇਹ 4 ਪਾਰਟਸ 'ਚ ਬਣਨਾ ਚਾਹੀਦਾ, ਤੇ ਨੀਚੇ ਵਾਲਾ ਛੋਟਾ ਪਾਰਟ ਆ ਉਹ 3 ਪਾਰਟਸ 'ਚ ਬਣਨਾ ਚਾਹੀਦਾ। ਇਸ ਤਰ੍ਹਾਂ ਤੁਹਾਡੀ A ਹੋਣੀ ਚਾਹੀਦੀ ਹੈਗੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ B ਦੀ। B 'ਚ ਕੀ ਆ, ਇੱਕ ਸਟੇਟ ਲਾਈਨ, ਜਿਹੜਾ ਉੱਪਰ ਵਾਲਾ ਪਾਰਟ ਆ, ਉੱਪਰ ਵਾਲਾ ਪਾਰਟ 3 mm 'ਚ ਤੇ ਨੀਚੇ ਵਾਲਾ ਪਾਰਟ 4 mm 'ਚ। ਜਿਵੇਂ A 'ਚ ਇੱਥੇ ਆ 3 mm 'ਚ ਬਣਾਇਆ ਸੀ, ਇਹ ਉੱਪਰ ਵਾਲਾ 3 'ਚ, ਨੀਚੇ ਵਾਲਾ 4 'ਚ। ਤੇ ਉੱਪਰ ਵਾਲਾ ਪਾਰਟ ਥੋੜਾ ਛੋਟਾ ਹੁੰਦਾ B ਦਾ, ਨੀਚੇ ਵਾਲਾ ਪਾਰਟ ਜਿਹੜਾ ਥੋੜਾ ਵੱਡਾ ਹੁੰਦਾ ਹੈਗਾ। ਉਸ ਤੋਂ ਬਾਅਦ C ਬਣਾਉਣ ਲਈ ਤੁਸੀਂ ਇੱਕ ਸਟੇਟ ਲਾਈਨ ਲਾਉਣੀ ਹੈ ਤੇ ਹਲਕੀ ਜੀ। ਉਸ ਤੋਂ ਇੱਥੋਂ ਪੂਰਾ ਸਰਕਲ ਕਰ ਦੇਣਾ। ਇਹ ਤੁਹਾਡੀ ਬਣ ਗਈ C। ਹੁਣ ਮੈਂ ਆਪਣਾ ਸਮਾਂ ਘੱਟ ਲੈਂਦੇ ਹੋਏ ਦੱਸਦਾ, C ਤੋਂ ਹੀ ਤੁਸੀਂ G ਬਣ ਸਕਦੀ ਆ। ਆਪਾਂ G ਨਹੀਂ ਬਣਾਵਾਂਗੇ, ਇੱਥੇ ਦੱਸ ਦੇਣਾ G ਕਿਸ ਤਰ੍ਹਾਂ ਬਣੂਗੀ। ਸਿਰਫ ਤੁਸੀਂ C ਦੇ ਐਵੇਂ ਲਾਈਨ ਲਾਣੀ, ਉਹ ਤੁਹਾਡੀ G ਬਣ ਗਈ। ਕਿਸੇ ਨੇ G ਇਸ ਤਰ੍ਹਾਂ ਨਹੀਂ ਬਣਾਉਣੀ ਹੈਗੀ, ਕਿਸੇ ਨੇ G ਇਸ ਤਰ੍ਹਾਂ ਨਹੀਂ ਬਣਾਉਣੀ ਹੈਗੀ। ਇਹ ਸਾਰੀਆਂ ਟੈਕਨੀਕਲ ਲੈਟਰਸ ਨਹੀਂ ਹੈਗੀਆਂ, ਆਪਣੇ G ਇਸ ਤਰ੍ਹਾਂ ਬਣਾਉਣੀ ਆ। ਤਾਂ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ। ਉਸੇ ਤਰ੍ਹਾਂ ਹੀ C ਤੋਂ ਆਪਾਂ O ਬਣਾ ਸਕਦੇ ਹਾਂ। O ਨੂੰ ਕੀ ਕਰਨਾ, ਆਪਾਂ ਨੇ ਜਸਟ ਇਹ ਲਾਈਨ ਨੂੰ ਕੰਪਲੀਟ ਕਰ ਦੇਣਾ। ਇਹ ਤੁਹਾਡੀ O ਬਣ ਗਈ। ਇਸੇ ਤਰ੍ਹਾਂ ਹੀ C ਤੋਂ ਆਪਾਂ ਜਿਸ ਤਰ੍ਹਾਂ C ਬਣਨਾ ਉਸੇ ਤਰ੍ਹਾਂ ਹੀ Q ਬਣਨਾ। Q 'ਚ ਕੀ ਕਰਨਾ, ਆਪਾਂ ਨੇ ਇੱਕ ਇੱਥੇ ਲਾਈਨ ਲਗਾਉਣੀ ਆ ਬਸ। ਇਹ ਆਪਣੀ ਟੈਕਨੀਕਲ ਲੈਟਰਿੰਗ ਦੇ ਵਿੱਚ Q ਹੋਗੀ। ਕਿਸੇ ਨੇ Q ਇਸ ਤਰ੍ਹਾਂ ਨਹੀਂ ਬਣਾਉਣੀ ਹੈਗੀ, ਠੀਕ ਹੈ, ਜਾਂ ਕੋਈ ਹੋਰ ਡਿਜ਼ਾਈਨ ਪਾਉਣ ਦਾ ਐਵੇਂ ਕਰਕੇ, ਉਹ ਸਾਰੀਆਂ ਗਲਤ ਨੇ। ਸਿੰਪਲ ਆਪਾਂ ਨੇ ਇਹ ਵਾਲੀ ਟੈਕਨੀਕਲ ਲੈਟਰਿੰਗ 'ਚ Q ਪਾਉਣੀ ਆ। ਤਾਂ ਆਪਣੀ Q ਹੋ ਗਈ, C ਹੋ ਗਈ, O ਹੋ ਗਈ ਤੇ G ਹੋ ਗਈ। ਇਹ ਆਪਾਂ ਰਿਪੀਟ ਨਹੀਂ ਕਰਾਂਗੇ। ਉਸ ਤੋਂ ਬਾਅਦ D 'ਚ ਕੀ ਕਰਨਾ, ਇੱਕ ਸਟੇਟ ਲਾਈਨ ਲਾਉਣੀ ਆ, ਫਿਰ ਇੱਕ ਇੱਥੇ ਸਟੇਟ ਲਾਈਨ ਹਲਕੀ ਜੀ, ਇੱਕ ਇੱਥੇ ਸਟੇਟ ਲਾਈਨ, ਤੇ ਇੱਕ ਜਿਹੜੀ 4 mm ਤੇ ਥੋੜਾ ਚੜਾਈ ਆ ਉੱਥੇ ਸਟੇਟ ਲਾਈਨ। ਉਸ ਤੋਂ ਬਾਅਦ ਤੁਸੀਂ ਇਹਨੂੰ ਕਰਵ ਦੇਣੀ ਆ।
ਇਹ ਤੁਸੀਂ ਸੈਂਟੈਂਸ ਆਪਣੇ ਸਰਕਲ ਮਾਸਟਰ ਹੁੰਦਾ ਇੱਕ, ਉਹ ਸਰਕਲ ਹੀ ਸਰਕਲ ਹੁੰਦੇ ਨੇ, ਉਹ ਖਰੀਦ ਸਕਦੇ ਹੋ, ਉਹਦੇ ਨਾਲ ਤੁਹਾਡੀ ਡੀ ਬਣ ਜੂਗੀ। ਲਾਈਨਸ ਬਾਹਰ ਨਹੀਂ ਕੱਢਣੀਆਂ, ਕਿਸੇ ਨੇ ਡੀ ਇਸ ਤਰ੍ਹਾਂ ਨਹੀਂ ਬਣਾਉਣੀ ਹੈਗੀ, ਇਹ ਲਾਈਨ ਨਹੀਂ ਬਾਹਰ ਕੱਢਣੀ ਆ, ਕਿਸੇ ਨੇ ਡੀ ਐ ਪ੍ਰੋਪਰ ਗੋਲ ਨਹੀਂ ਬਣਾਉਣੀ ਹੈਗੀ, ਇਹ ਦੋਨੇ ਗਲਤ ਨੇ। ਇਹ ਵਾਲੀ ਡੀ ਆਪਾਂ ਇਸ ਤਰ੍ਹਾਂ ਬਣਾਵਾਂਗੇ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਈ ਦੀ। ਈ ਦੇ ਵਿੱਚ ਕੀ ਹੈ, ਨੀਚੇ ਵਾਲੀ ਜਿਹੜੀ ਲਾਈਨ ਆ ਉਹ 4 mm ਦੀ ਹੋਊਗੀ, ਕਿਉਂਕਿ ਆਪਾਂ 7:4 'ਚ ਹੀ ਬਣਾ ਰਹੇ ਹਾਂ। ਵਿਚਾਲੜੀ ਜਿਹੜੀ ਹੈਗੀ ਆ ਉਹ ਥੋੜੀ ਛੋਟੀ ਹੋਊਗੀ, ਉੱਪਰ ਵਾਲੀ ਇਸ ਤੋਂ ਥੋੜੀ ਵੱਡੀ ਹੋਊਗੀ। ਤਿੰਨੇ ਲਾਈਨ ਦਾ ਡਿਫਰੈਂਸ ਆ, ਇਹ ਸਭ ਤੋਂ ਵੱਡੀ ਆ, ਇਹ ਉਸ ਤੋਂ ਛੋਟੀ ਆ, ਇਹ ਉਸ ਤੋਂ ਛੋਟੀ ਆ। ਈ ਦੀ ਲਾਈਨ ਜਿਹੜੀ ਬਿਲਕੁਲ ਸੈਂਟਰ 'ਚ ਰੱਖਣੀ ਆ ਤੁਸੀਂ। ਉਸ ਤੋਂ ਬਾਅਦ ਆ ਜਾਂਦਾ ਐਫ। ਐਫ 'ਚ ਕੀ ਕਰਨਾ, ਉੱਪਰ ਵਾਲੀ ਲਾਈਨ 4 mm ਦੀ ਹੋਗੀ, ਤੇ ਜਿਹੜਾ ਦੂਸਰੀ ਲਾਈਨ ਲਾਉਣੀ ਆ ਉਹ 4 mm ਛੱਡ ਕੇ ਲਾਉਣੀ ਆ, ਕਿਉਂਕਿ 4 ਪਾਰਟਸ 'ਚ ਰੱਖਣਾ, ਨੀਚੇ 3 ਪਾਰਟ ਛੱਡਣੇ ਆਪਾਂ ਨੇ, ਤਾਂ ਉਹ ਲਾਈਨ ਛੋਟੀ ਇਹਦੇ ਜਿੰਨੀ ਲੱਗੂਗੀ, ਈ ਦੀ ਇਸ ਜਿੰਨੀ। ਇਸ ਤਰ੍ਹਾਂ ਇਹ ਦੋਨੇ ਸੇਮ ਨਹੀਂ ਲਾਉਣੀਆਂ ਹੈਗੀਆਂ, ਕਿਸੇ ਨੇ ਐਫ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਵੀ ਬਿਲਕੁਲ ਬਰਾਬਰ ਹੋਣੇ, ਲਾਈਨਸ ਬਰਾਬਰ ਹੀ ਰੱਖਣੀਆਂ, ਨੀਚੇ ਵਾਲੀ ਲਾਈਨ ਛੋਟੀ ਰੱਖਣੀ ਆ। ਜੀ ਆਪਾਂ ਬਣਾ ਹੀ ਚੁੱਕੇ ਹਾਂ ਆਲਰੇਡੀ, ਤਾਂ ਰਿਪੀਟ ਨਹੀਂ ਕਰੂੰਗਾ। ਉਸ ਤੋਂ ਬਾਅਦ ਐਚ। ਐਚ ਤਾਂ ਬਿਲਕੁਲ ਸਿੰਪਲ ਹੈਗਾ, ਐਚ ਵਿੱਚ ਕੋਈ ਪ੍ਰੋਬਲਮ ਨਹੀਂ, ਸਿੰਪਲ ਜਿਵੇਂ ਤੁਸੀਂ ਬਣਾਉਣੇ ਹੋ ਉਹ ਐਚ ਆ ਤੁਹਾਡਾ। ਇੱਥੇ ਹੀ ਮਾਰਕਸ ਕੱਟਦੇ ਨੇ ਜੋ ਤੁਸੀਂ ਧਿਆਨ ਨਾਲ ਨਹੀਂ ਬਣਾਓਗੇ। ਉਸ ਤੋਂ ਬਾਅਦ ਆਈ। ਆਈ ਜਸਟ ਇੱਕ ਸਟੇਟ ਲਾਈਨ ਹੈ ਔਰ ਕੁਛ ਨਹੀਂ ਹੈਗਾ। ਕਿਸੇ ਨੇ ਆਈ ਇਸ ਤਰ੍ਹਾਂ ਨਹੀਂ ਬਣਾਉਣੀ, ਕਿਸੇ ਨੇ ਆਈ ਇਸ ਤਰ੍ਹਾਂ ਨਹੀਂ ਬਣਾਉਣੀ, ਠੀਕ ਹੈ, ਸਿੰਪਲ ਸਟੇਟ ਲਾਈਨ ਹੈ। ਤੇ ਜਿਹੜੀ ਆਈ ਹੈਗੀ ਉਹ ਤੁਹਾਡੀ 7:1 'ਚ ਬਣਦੀ ਆ। ਜਿਵੇਂ 7:4 'ਚ ਬਣੇ ਆ, ਇਹਨਾਂ ਦੀ ਵਿਡਥ 4 mm ਹੈ, ਇਹਦੀ ਵਿਡਥ ਜਿਹੜੀ ਉਹ 1 mm ਹੀ ਹੁੰਦੀ ਹੈ, ਤਾਂ 7:1 'ਚ ਬਣਦੀ ਆ। ਆਈ ਤੋਂ ਬਾਅਦ ਜੇ। ਐਵੇਂ ਰੱਖਣਾ ਜੇ ਤੁਸੀਂ। ਕਿਸੇ ਨੇ ਜੇ ਇਸ ਤਰ੍ਹਾਂ ਨਹੀਂ ਬਣਾਉਣਾ, ਠੀਕ ਹੈ, ਕਿਸੇ ਨੇ ਇਸ ਤਰ੍ਹਾਂ ਨਹੀਂ ਬਣਾਉਣਾ, ਇਹ ਦੋਵੇਂ ਗਲਤ ਨੇ। ਸਿੰਪਲ ਉੱਪਰ ਕੋਈ ਡੰਡੀ ਨਹੀਂ ਲਗਾਉਣੀ ਹੈ ਜੇ ਦੇ, ਸਿੰਪਲ ਸਟੇਟ ਲਾਈਨ ਰੱਖਣੀ ਹੈ। ਇੱਕ ਗੱਲ ਹੋਰ ਧਿਆਨ ਰੱਖਣਾ, ਜਿਹੜਾ ਜੇ ਹੈਗਾ ਲੈਟਰ ਉਹ ਤੁਹਾਡਾ 7:3 ਦੇ ਵਿੱਚ ਬਣਦਾ, ਥੋੜਾ ਛੋਟਾ ਹੁੰਦਾ ਬਾਕੀ ਲੈਟਰ ਨੂੰ, A B C D ਨੂੰ ਛੋਟਾ ਹੁੰਦਾ ਥੋੜਾ ਜਿਹਾ ਜੇ। ਉਸ ਤੋਂ ਆਉਂਦਾ ਕੇ। ਜਿਹੜਾ ਨੀਚੋਂ ਲਾਈਨ ਲੈ ਕੇ ਨੇ ਕੇ ਦੀ, ਉਹ 4 ਪਾਰਟ ਛੱਡ ਕੇ ਲੈ ਕੇ ਨੇ, ਜਿੱਥੇ ਆਪਾਂ A ਦੀ ਡੰਡੀ ਲਾਈ ਸੀ ਉਸ ਤਰ੍ਹਾਂ 4 mm ਛੱਡ ਕੇ ਉੱਪਰੋਂ ਸਟੇਟ ਲਾਈਨ ਤੇ ਇੱਕ ਸਟੇਟ ਲਾਈਨ। ਆਹ ਡਿਸਟੈਂਸ ਬਿਲਕੁਲ ਬਰਾਬਰ ਹੋਣਾ ਚਾਹੀਦਾ ਇੱਥੋਂ, ਇਹ ਗੱਲ ਧਿਆਨ ਰੱਖਿਓ। ਇਹ ਤੁਹਾਡੀ ਕੇ। ਆਹ ਵਾਲਾ ਜਿਹੜਾ ਇੱਥੋਂ ਤੱਕ ਡਿਸਟੈਂਸ ਹੈ ਇਹ 4 mm ਦਾ, ਤੇ ਜਿਹੜਾ ਆਹ ਡਿਸਟੈਂਸ ਰਹਿ ਗਿਆ ਇਹ ਤੁਹਾਡਾ 3 mm ਦਾ। ਇਹ ਚੀਜ਼ ਦਾ ਧਿਆਨ ਰੱਖਣਾ। ਕੇ ਤੋਂ ਬਾਅਦ ਆਉਂਦੀ ਐਲ। ਐਲ ਵਿੱਚ ਕੋਈ ਪ੍ਰੋਬਲਮ ਨਹੀਂ, ਸਿੰਪਲ ਹੈ। ਐਲ ਤੋਂ ਬਾਅਦ ਐਮ। ਇੱਕ ਗੱਲ ਧਿਆਨ ਦੇਣਾ, ਇੱਕ ਤਾਂ ਜਿਹੜਾ ਐਮ ਆ ਉਹ 7:5 ਦੇ ਵਿੱਚ ਬਣਦਾ, ਬਾਕੀ ਲੈਟਰ ਨੂੰ ਥੋੜਾ ਵੱਡਾ ਹੁੰਦਾ। ਦੂਸਰਾ ਐਮ ਦੀਆਂ 2 ਲਾਈਨਸ ਬਿਲਕੁਲ ਸਿੱਧੀਆਂ ਨੇ, ਠੀਕ ਹੈ। ਤੀਸਰਾ ਕਿਸੇ ਨੇ ਐਮ ਇਸ ਤਰ੍ਹਾਂ ਨਹੀਂ ਬਣਾਉਣਾ ਵੀ ਰਸਤੇ ਵਿੱਚ ਹੀ ਛੱਡ ਦੋ ਉਹਨੂੰ ਐਂ ਕਰਕੇ, ਆਹ ਵਾਲਾ ਚੀਜ਼ ਗਲਤ ਹੈ। ਜਾਂ ਕਈ ਵਾਰ ਐਮ ਟੇਢਾ ਕਰਦੇ ਨੇ ਐਵੇਂ, ਇਹ ਵੀ ਗਲਤ ਆ। ਬਿਲਕੁਲ ਐਵੇਂ ਰੱਖਣਾ ਸੀ, ਕਿਉਂਕਿ ਟੈਕਨੀਕਲ ਲੈਟਰਿੰਗ ਇਹ ਸਾਰੀ ਸੇਮ ਹੁੰਦੀ ਆ, ਸਮਝਣ ਵਿੱਚ ਸੌਖਾ ਰਹਿੰਦਾ। ਐਮ ਤੋਂ ਬਾਅਦ ਐਨ ਆ ਜਾਂਦਾ। ਐਨ ਵੀ ਤੁਹਾਡਾ ਸਿੰਪਲ ਆ, ਠੀਕ ਹੈ ਜੀ। ਉਹ ਆਪਾਂ ਕਰ ਚੁੱਕੇ ਹਾਂ ਕਿਉਂਕਿ ਸੀ ਨੂੰ ਕੰਪਲੀਟ ਕਰਨਾ। ਉਸ ਤੋਂ ਬਾਅਦ ਪੀ। ਪੀ 'ਚ ਕੀ ਕਰਨਾ, ਇੱਥੇ ਸਟੇਟ ਲਾਈਨ ਥੋੜੀ ਹਲਕੀ, ਇੱਥੇ ਸਟੇਟ ਲਾਈਨ, ਤੇ ਇਹ ਜਿਹੜਾ ਪਾਰਟ ਉੱਪਰ ਵਾਲਾ ਇਹ 4 mm ਦੇ ਵਿੱਚ ਰੱਖਣਾ। ਉੱਪਰ ਵਾਲਾ ਪਾਰਟ 4 mm 'ਚ ਰੱਖਣਾ, ਨੀਚੇ ਵਾਲਾ ਪਾਰਟ 3 mm 'ਚ, ਇਹ ਧਿਆਨ ਰੱਖਣਾ। ਤਾਂ ਉਸ ਤੋਂ ਬਾਅਦ ਪੀ ਨੂੰ ਇੱਥੋਂ ਸਰਕਲ ਮਾਰ ਕੇ ਕੰਪਲੀਟ ਕਰ ਦਿਓ, ਠੀਕ ਹੈ ਜੀ। ਇਹ ਤੁਹਾਡੀ ਬਣ ਗਈ ਪੀ। ਪੀ ਤੋਂ ਆ ਜਾਂਦਾ ਕਿਊ। ਕਿਊ ਤੁਹਾਨੂੰ ਮੈਂ ਦੱਸ ਚੁੱਕਿਆ, ਸੀ ਨੂੰ ਕੰਪਲੀਟ ਕਰਕੇ ਇੱਕ ਸਟੇਟ ਲਾਈਨ ਲਾਉਣੀ ਉਹਦੇ ਵਿੱਚ। ਕਿਊ ਤੋਂ ਆ ਜਾਂਦਾ ਆਰ। ਆਰ ਸਿੰਪਲ ਜਿਵੇਂ ਪੀ ਬਣਾਈ ਆ, ਬਸ ਪੀ ਨੂੰ ਕੀ ਕਰਨਾ, ਜਿੱਥੇ ਸਟੇਟ ਲਾਈਨ ਖਤਮ ਹੁੰਦੀ ਆ, ਕਰਵ ਸ਼ੁਰੂ ਹੁੰਦੀ ਆ, ਉੱਥੋਂ ਇੱਕ ਸਟੇਟ ਲਾਈਨ ਨੀਚੇ ਲਾਉਣੀ ਆ। ਬਿਲਕੁਲ ਇਹਦੇ ਡਿਸਟੈਂਸ ਜਿਹੜਾ ਉਹ ਬਰਾਬਰ ਹੋਣਾ ਚਾਹੀਦਾ। ਪੀ ਨੂੰ ਆਪਾਂ ਆਰ 'ਚ ਕਨਵਰਟ ਕਰਤਾ।
आर तो बाद एस आ जाता, एस का उपर वाला पार्ट छोटा, नीचे वाला पार्ट वड्डा। ठीक है, इस तो बाद टी है, बिल्कुल सिंपल। यू आ गई, जिमें सी सी बस सिंपल उमें ही आ। जी आप पहला सी बनाने या ओ बनाने, उपर उन्होंने एक्सटेंड कर दो, बस कर्व नहीं देनी, उपर स्ट्रेट कर देना। यू तो वी, ठीक है जी। उस तो बाद डबल्यू आ जाता, जो डबल्यू लैटर है वह भी तो 7:5 बनता। डबल्यू ये भी तो 7:5 बनता। एम तो डबल्यू दोनों 7:5 बनते हैं। ये गल ध्यान देना, ये लैग्स ने जी है ने वो इंक्लाइंट ने, किसी ने ये नहीं है भी एम नू कन्वर्ट कर देना एवं, ये गलत, जां एवें बना देने हो, ये भी गलत। ये ध्यान रखना, ये भी 7:5 बनता। डबल्यू आंदा एक्स आ जाता, सिंपलस बिल्कुल सेंटर जो कटनी चाहिए। कई बार एवें बना देने हो, ये भी गलत, जां उपर बना देने हो, ये भी दोनों गलत ने। एक्स तो बाद वाई, ये लाइन बिल्कुल स्ट्रेट रखनी है, ध्यान रखना, बिल्कुल स्ट्रेट रखनी है। किसी ने वाई इस तरह नहीं बनानी हैगी। वाई तो वाह आंदा जी, जी सिंपल है, जिमें तुसीं बनाने हो उवें तुसीं जी नूं बना सकते हो, उहदे विच कोई प्रॉब्लम नहीं हैगी। ध्यान रखना, पर सारे जिहड़े लैटर ने 7:4 बनने चाहिए ने। जे 7 mm हाइट है तो 4 mm विड्थ। जेकर हाइट 10 mm तो जिवें तुहानूं मैं पहलां दस्सिआगा भी 10 mm तो तुसीं 7:4 नाल फाइंड आउट कीता, 5.71 mm जिहड़ी विड्थ बनदी आ। ज़्यादातर जिहड़े लैटर लिखने आउंदे ने ओह 10 mm दे विच ही आउंदे ने, तो तुसीं जिहड़ी हाइट और 10 mm लैनी आ, विड्थ लैनी आ 5.71 mm, तो जिहड़े पार्ट्स विच रखना भी उपर 4 पार्ट्स या 3 पार्ट्स, ਉਹਦੇ ਵਿੱਚ ਜਿਹੜਾ ਹੈਗਾ ਉੱਪਰ ਵਾਲਾ ਪਾਰਟ ਆ ਜਿਵੇਂ ਕੇ ਦੇ ਵਿੱਚ ਤਾਂ ਉਹ ਤੁਹਾਡਾ ਅਪਰੋਕਸੀਮੇਟ 6 mm ਬਣ ਜਾਂਦਾ। ਠੀਕ ਹੈ, ਸੌਰੀ 5.6 mm ਬਣ ਜਾਂਦਾ। ਹਾਂ, ਤੇ ਨੀਚੇ ਹੁਣ ਆਪਾਂ ਗੱਲ ਕਰਦੇ ਹਾਂ ਨਿਊਮਰਲਸ ਦੀ। ਨਿਊਮਰਲਸ ਆਪਣੇ 0 to 9 ਹੋ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1 ਦੀ। 1 ਕੀ ਹੈ? ਇੱਕ ਸਟੇਟ ਲਾਈਨ ਆ, ਔਰ ਕੁਛ ਨਹੀਂ ਕਰਨਾ। ਕਿਸੇ ਨੇ 1 ਐਵੇਂ ਨਹੀਂ ਪਾਉਣਾ ਟੈਕਨੀਕਲ ਦੇ ਵਿੱਚ, ਕਿਸੇ ਨੇ 1 ਐਵੇਂ ਨਹੀਂ ਪਾਉਣਾ, ਇਹ ਦੋਵੇਂ ਗਲਤ ਨੇ। ਆਪਾਂ ਟੈਕਨੀਕਲ ਲੈਟਰ ਯੂਜ਼ ਕਰ ਰਹੇ ਹਾਂ ਤਾਂ ਕਰਕੇ ਇਸ ਲਈ ਆਪਣਾ 1 ਜਿਹੜਾ ਬਿਲਕੁਲ ਸਟੇਟ ਲਾਈਨ ਆ। ਉਸ ਤੋਂ ਬਾਅਦ ਆਉਂਦਾ 2। ਇਹ ਵਾਲਾ ਆਪਣਾ ਟੈਕਨੀਕਲ ਲੈਟਰ ਆ ਗਿਆ 2। ਕਿਸੇ ਨੇ 2 ਇਸ ਤਰ੍ਹਾਂ ਨਹੀਂ ਪਾਉਣਾ, ਇਹ ਗਲਤ ਨੇ। ਸਿੰਪਲ 2 ਇੱਦਾਂ ਆਊਗਾ। 3 ਹੈਗਾ, ਨੈਕਸਟ ਹੈਗਾ 3। ठीक है जी, इस तरह अपना 3 आऊगा। किसी ने 3 एवें नहीं पाना, ये अपने टैक्नीकल दे विच आ गया। नैक्सट 4, ये वाला अपना 4 है। जोड़ा उपर वाला पार्ट आ सारा ये 4 पार्ट्स बनना, नीचे वाली लाइन 3 पार्ट्स बननी है। ठीक है, किसी ने 4 इस तरह नहीं पाना, किसी ने 4 इस तरह नहीं पाना, ये दोवें गलत ने। 4 तो आंदा 5। 5 ध्यान देने वाली गल है थोड़ी, ये वाली लाइन थोड़ी इनकलाइंड होंदी है। उस तो बाद तुहाडा सर्कल होंदा, मतलब ये जिहड़ी लाइन है वो टेढ़ी होंदी है। किसी ने 5 इस तरह नहीं पाना हैगा। ठीक है, उपर वाला 5 आऊगा। 6 पूरी गलाई दे विच होऊगा तुहाडा 6। 7 किसी ने 7 सीधा नहीं पाना, किसी ने 7 एम नहीं पाना, ये दोवें गलत ने। नैक्सट आंदा 8। 8 च ध्यान देने की गल आ, उपर वाला सर्कल जिहड़ा छोटा होगा एवें, नीचे वाला जिहड़ा होगा वो वड्डा होगा। किसी ने 8 एम नहीं पाना, ये ध्यान देना। इस तरह तुसीं 8 लिखना। उस तो बाद अपना 9 आ जांदा। 6 नूं उल्टा करना, जस्ट पूरी गलाई दे विच। ठीक है,
9 ਤੋਂ ਬਾਅਦ 0 ਆ ਗਈ ਆਪਣੀ, ਸੌਰੀ ਸਟਾਰਟ 'ਚ ਆਉਣਾ 0, ਬਸ 0 ਤੇ ਉਹ 'ਚ ਇੰਨਾ ਫਰਕ ਆ ਵੀ ਇਹ ਸਟੇਟ ਲਾਈਨ ਜ਼ਿਆਦਾ ਲਾਉਣੀ ਆ ਆਪਾਂ ਨੇ। ਇਹ ਤੁਹਾਡੀ ਡਿਮੈਂਸ਼ਨਿੰਗ ਦੀ ਡਿਮੈਂਸ਼ਨਿੰਗ ਕੀ ਹੁੰਦੀ ਹੈ? ਡਰਾਇੰਗ ਦੇ ਵਿਭਿੰਨ ਮਾਪ ਦੇਣ ਨੂੰ ਡਿਮੈਂਸ਼ਨਿੰਗ ਕਹਿੰਦੇ ਹਨ। ਬਿਨਾਂ ਡਿਮੈਂਸ਼ਨ ਦੇ ਡਰਾਇੰਗ ਅਪੂਰਨ ਰਹਿੰਦੀ ਹੈ। ਮੰਨ ਲਓ ਆਪਾਂ ਨੇ ਕੋਈ ਡਰਾਇੰਗ ਬਣਾ ਲਈ ਤੇ ਉਹਦੀ ਆਪਾਂ ਡਿਮੈਂਸ਼ਨਿੰਗ ਨਹੀਂ ਕੀਤੀ। ਡਿਮੈਂਸ਼ਨਿੰਗ ਮਤਲਬ ਉਹ ਆਪਾਂ ਦੱਸਿਆ ਨਹੀਂ ਇਹਦਾ ਸਾਈਜ਼ ਕਿੰਨੇ ਐਮਐਮ ਆ, ਪਰ ਜਿਹੜੀ ਚੀਜ਼ ਆਪਾਂ ਨੇ ਇੱਕ ਟੇਬਲ ਦੀ ਡਰਾਇੰਗ ਬਣਾ ਲਈ ਸਪੋਜ਼ ਟੂ, ਤੇ ਆਪਾਂ ਲਿਖਿਆ ਨਹੀਂ ਹੈਗਾ ਵੀ ਟੇਬਲ ਕਿੰਨਾ ਚੌੜਾ, ਕਿੰਨਾ ਲੰਮਾ, ਕਿੰਨਾ ਉੱਚਾ, ਤਾਂ ਜਿਹੜੇ ਬੰਦੇ ਕੋਲ ਡਰਾਇੰਗ ਜਾਊਗੀ ਉਹਨੂੰ ਕੀ ਪਤਾ ਲੱਗੂ ਵੀ ਟੇਬਲ ਦੀ ਸ਼ੇਪ ਤਾਂ ਪਤਾ ਲੱਗ ਜੂ ਉਹਨੂੰ ਵੀ ਅਜਿਹਾ ਟੇਬਲ ਬਣਾਉਣਾ, ਬਟ ਉਹਨੂੰ ਉਹਦਾ ਸਾਈਜ਼ ਨਹੀਂ ਪਤਾ ਲੱਗਣਾ। ਤਾਂ ਇਸ ਲਈ ਡਿਮੈਂਸ਼ਨਿੰਗ ਕਰਨੀ ਕਿਸੇ ਵੀ ਡਰਾਇੰਗ ਦੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਜੋ ਆਪਾਂ ਉਹਦਾ ਸਾਈਜ਼ ਆ ਜਿਹੜਾ ਉਹ ਡਿਸਕ੍ਰਾਈਬ ਕਰ ਸਕੀਏ ਤੇ ਅਗਲਾ ਬੰਦਾ ਉਹਨੂੰ ਡਰਾਇੰਗ ਨੂੰ ਪੜ੍ਹ ਕੇ ਦੇਖ ਕੇ ਉਹ ਚੀਜ਼ ਸੇਮ ਉਸੇ ਤਰ੍ਹਾਂ ਬਣਾ ਸਕੇ। ਡਿਮੈਂਸ਼ਨਿੰਗ ਕਰਨ ਦੇ ਲਈ ਡਿਮੈਂਸ਼ਨ ਲਾਈਨ, ਐਕਸਟੈਂਸ਼ਨ ਲਾਈਨ ਅਤੇ ਐਰੋ ਹੈਡ ਦਾ ਪ੍ਰਯੋਗ ਕੀਤਾ ਜਾਂਦਾ। ਤਿੰਨ ਚੀਜ਼ਾਂ ਵਰਤੀਆਂ ਨੇ, ਇੱਕ ਡਿਮੈਂਸ਼ਨ ਲਾਈਨ, ਇੱਕ ਐਕਸਟੈਂਸ਼ਨ ਲਾਈਨ, ਇੱਕ ਐਰੋ ਹੈਡ। ਆਪਾਂ ਅੱਗੇ ਡਿਸਕਸ ਕਰਦੇ ਹਾਂ ਇਹ ਵੀ ਕੀ ਤਿੰਨੇ ਚੀਜ਼ਾਂ ਕਿਵੇਂ ਹੁੰਦੀਆਂ ਨੇ। ਉਸ ਤੋਂ ਬਾਅਦ ਆਉਂਦੀ ਆ ਡਿਮੈਂਸ਼ਨਿੰਗ, ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਹੁੰਦੀ ਆ ਲੋਕੇਸ਼ਨ ਡਿਮੈਂਸ਼ਨਿੰਗ ਤੇ ਦੂਜੀ ਹੁੰਦੀ ਆ ਤੁਹਾਡੀ ਸਾਈਜ਼ ਡਿਮੈਂਸ਼ਨਿੰਗ। ਤਾਂ ਲੋਕੇਸ਼ਨ ਡਿਮੈਂਸ਼ਨਿੰਗ ਕੀ ਹੁੰਦੀ ਆ? ਕਿਸੇ ਡਰਾਇੰਗ ਵਿੱਚ ਸੁਰਾਖ ਜਾਂ ਸਲੌਟ ਜੇ ਕੱਟਿਆ ਹੋਇਆ ਉਸ ਦੀ ਸਥਿਤੀ, ਮਤਲਬ ਉਸ ਦੀ ਲੋਕੇਸ਼ਨ ਨੂੰ ਦਿਖਾਉਣ ਲਈ ਜੋ ਡਿਮੈਂਸ਼ਨ ਵਰਤੀ ਜਾਂਦੀ ਆ ਉਸ ਨੂੰ ਲੋਕੇਸ਼ਨ ਡਿਮੈਂਸ਼ਨਿੰਗ ਕਹਿੰਦੇ ਹਨ। ਜਿਵੇਂ ਤੁਸੀਂ ਇਹ ਨੀਚੇ ਵਾਲੀ ਫਿਗਰ ਦੇਖੋ, ਇਸ ਵਿੱਚ ਇਹ ਨੀਲਾ ਰੰਗ ਜਿਹੜਾ ਮੈਂ ਵਰਤਿਆ ਹੋਇਆ, ਇਹ ਇੱਕ ਹੋਲ ਆ, ਇਸ ਇੱਕ ਸੈਂਟਰ ਲਾਈਨ ਆ ਹੋਲ ਦੀ, ਇਧਰੋਂ ਸੈਂਟਰ ਲਾਈਨ ਆ। ਤਾਂ ਜਿਹੜਾ ਹੋਲ ਦਾ ਸੈਂਟਰ ਹੈ ਇਧਰੋਂ ਉਹ 1.13 ਸੈਂਟੀਮੀਟਰ ਤੇ ਨੀਚੋਂ ਉਹ 0.75 ਸੈਂਟੀਮੀਟਰ। ਦੋਨੇ ਲਾਈਨਾਂ ਕੱਢ ਕੇ ਸੈਂਟਰ ਆ ਗਿਆ। ਇੱਥੋਂ ਕੀ ਪਤਾ ਲੱਗ ਗਿਆ? ਹੋਲ ਦੀ ਲੋਕੇਸ਼ਨ ਪਤਾ ਲੱਗ ਗਈ ਵੀ ਹੋਲ ਕਿਹੜੀ ਆ, ਉਹ ਇੱਥੇ ਕੱਢੀ ਆ। ਹੋਲ ਦਾ ਸਾਈਜ਼ ਕੀ ਆ ਉਹ ਆਪਾਂ ਨੂੰ ਨਹੀਂ ਪਤਾ, ਉਹ ਕਿੱਥੋਂ ਪਤਾ ਲੱਗੂਗਾ? ਸਾਈਜ਼ ਡਿਮੈਂਸ਼ਨਿੰਗ ਦੇ ਵਿੱਚ। ਤਾਂ ਸਾਈਜ਼ ਡਿਮੈਂਸ਼ਨਿੰਗ ਕੀ ਹੁੰਦੀ ਹੈ? ਇਹ ਡਿਮੈਂਸ਼ਨਿੰਗ ਡਰਾਇੰਗ ਦੀ ਲੰਬਾਈ, ਚੜਾਈ, ਉਚਾਈ, ਸੁਰਾਖ ਦੇ ਵਿਆਸ, ਡੰਗਾਈ ਆਦਿ ਦੇ ਸਾਈਜ਼ ਨੂੰ ਦਰਸਾਉਂਦੀ ਹੈ। ਜਿਵੇਂ ਇੱਥੋਂ ਲਾਲ ਅੱਖਰ 'ਚ ਲਿਖਿਆ ਹੋਇਆ ਦੇਖੋ 5.75, ਇੱਕ ਹਜ਼ਾਰ ਕੇ 5 ਹੁੰਦੀ ਹੈ, ਇਹਦਾ ਮਤਲਬ ਨਾ ਡਾਇਆਮੀਟਰ। ਅੱਗੇ ਵੀ ਮੈਂ ਸਮਝਾਊਂਗਾ, ਇਹਨੂੰ 5 ਕਹਿੰਦੇ ਆ। 5.75 ਮਤਲਬ ਡਾਇਆਮੀਟਰ 75। ਤਾਂ ਇੱਥੋਂ ਪਤਾ ਲੱਗਦਾ ਲਾਲ ਰੰਗ 'ਚ ਵੀ ਇਹਦਾ ਸਾਈਜ਼ ਆ। ਇਹ ਕਿਹੜੀ ਹੋਗੀ? ਸਾਈਜ਼ ਡਿਮੈਂਸ਼ਨਿੰਗ। ਉੱਪਰ ਵਾਲੀ ਫਿਗਰ ਹੀ ਦੇਖੋ ਤੁਸੀਂ, ਇਹ 1 ਸੈਂਟੀਮੀਟਰ ਹੈ, ਇੱਧਰ ਨੂੰ 2.25 ਸੈਂਟੀਮੀਟਰ। ਤਾਂ ਇਹ ਕੀ ਦੱਸ ਰਿਹਾ ਵੀ ਜਿਹੜੀ ਇਹਦੀ ਲੈਂਥ ਹੈਗੀ ਉਹ 2.25 ਸੈਂਟੀਮੀਟਰ ਤੇ ਉਚਾਈ ਉਹਦੀ 1 ਸੈਂਟੀਮੀਟਰ। ਇਹ ਉਹਦਾ ਸਾਈਜ਼ ਦੱਸ ਰਿਹਾ ਆਪਾਂ ਵੀ ਐਡਾ ਵੱਡਾ ਦਾ ਸਾਈਜ਼ ਹੈਗਾ। ਤਾਂ ਇਹ ਕਿਹੜੀ ਹੋਗੀ? ਸਾਈਜ਼ ਡਿਮੈਂਸ਼ਨਿੰਗ। ਜਿਹੜੀ ਨੀਲੇ ਰੰਗ 'ਚ ਲਿਖੀ ਹੋਈ ਹੈ, ਦੁਬਾਰਾ ਰਿਪੀਟ ਕਰ ਰਹੇ ਹਾਂ, 1.13 ਸੈਂਟੀਮੀਟਰ ਤੇ 0.75 ਸੈਂਟੀਮੀਟਰ। ਇਹ ਕਿਸੇ ਚੀਜ਼ ਦਾ ਸਾਈਜ਼ ਨਹੀਂ ਦੱਸ ਰਹੀਆਂ, ਇਹ ਸਿਰਫ ਹੋਲ ਦਾ ਸੈਂਟਰ ਦੱਸ ਰਹੀਆਂ, ਉਹਦੀ ਲੋਕੇਸ਼ਨ ਦੱਸ ਰਹੇ ਆ ਵੀ ਇੱਥੇ ਤੁਹਾਡੀ ਹੋਲ ਆ ਗਈ। ਤਾਂ ਇਹ ਫਰਕ ਹੁੰਦਾ ਲੋਕੇਸ਼ਨ ਡਿਮੈਂਸ਼ਨਿੰਗ ਤੇ ਸਾਈਜ਼ ਡਿਮੈਂਸ਼ਨਿੰਗ 'ਚ। ਲੋਕੇਸ਼ਨ ਦੇ ਵਿੱਚ ਆਪਾਂ ਨੂੰ ਸਿਰਫ ਉਹਦੀ ਲੋਕੇਸ਼ਨ ਪਤਾ ਲੱਗਦੀ ਹੈ ਵੀ ਹੋਲ ਹੈ ਕਿੱਥੇ, ਸਾਈਜ਼ ਦੇ ਵਿੱਚ ਉਹਦਾ ਪੂਰਾ ਸਾਈਜ਼ ਪਤਾ ਲੱਗਦਾ। ਉਸ ਤੋਂ ਬਾਅਦ ਆਉਂਦੀ ਆ ਇੱਕ, ਜਿਵੇਂ ਕੋਈ ਪਾਰਟ ਹੈਗਾ, ਇੱਥੇ ਮੈਂ ਡਿਮੈਂਸ਼ਨਿੰਗ ਕਰੀ ਹੋਈ ਆ, ਇਹ ਜਿਹੜੀ ਲਾਈਨ ਵਰਤੀ ਗਈ ਆ ਇਹਨੂੰ ਕਹਿੰਦੇ ਨੇ ਡਿਮੈਂਸ਼ਨ ਲਾਈਨ। ਠੀਕ ਹੈ, ਡਿਮੈਂਸ਼ਨ ਲਾਈਨ ਦੀ ਇੱਕ ਅੱਗੇ ਲਾਈਨ ਲੱਗੀ ਹੋਈ ਆ, ਉਹਨੂੰ ਕਹਿੰਦੇ ਨੇ ਐਕਸਟੈਂਸ਼ਨ ਲਾਈਨ, ਤੇ ਇੱਕ ਐਰੋ ਲੱਗਿਆ ਹੋਇਆ, ਇਹਨੂੰ ਕਹਿੰਦੇ ਨੇ ਐਰੋ ਹੈਡ। ਤੇ ਹਮੇਸ਼ਾ ਗੈਪ ਰੱਖਣਾ ਤੁਸੀਂ। ਐਕਸਟੈਂਸ਼ਨ ਲਾਈਨ ਬਿਲਕੁਲ ਨਾਲ ਨਹੀਂ ਲਾਉਣੀ ਕਦੇ ਵੀ, ਜਿਹੜੀ ਡਿਮੈਂਸ਼ਨਿੰਗ ਕਰਨੀ ਉਹ ਬਿਲਕੁਲ ਨਾਲ ਹੀ ਲਾਉਣੀ, ਥੋੜਾ ਗੈਪ ਰੱਖਣਾ ਗਾ। ਦੂਜੀ ਗੱਲ, ਐਰੋ ਹੈਡ, ਇਹ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਪੁਆਇੰਟ ਆ, ਨੋਟ ਕਰਨ ਵਾਲੀ ਗੱਲ ਆ, ਕਿਉਂਕਿ ਸਭ ਤੋਂ ਵੱਧ ਗਲਤੀ ਇੱਥੇ ਹੀ ਹੁੰਦੀ ਆ ਐਰੋ ਹੈਡ ਦੇ ਵਿੱਚ। ਇੱਕ ਗੱਲ ਧਿਆਨ ਦੇਣਾ, ਇੱਧਰ ਫਿਗਰ 'ਚ ਦੇਖੋ, ਜਿਹੜੀ ਐਰੋ ਦੀ ਲੈਂਥ ਹੈਗੀ ਇੱਥੋਂ ਲੈ ਕੇ ਇੱਥੇ ਤੱਕ ਐਰੋ ਦੀ ਲੈਂਥ, ਉਹ ਜਿਹੜੀ ਇਹਦੀ ਹਾਈਟ ਹੈਗੀ ਐਰੋ ਦੀ, ਆਹ ਵਾਲੀ, ਇਹਦੇ ਨਾਲ 3 ਗੁਣਾ ਹੁੰਦੀ ਹੈ। ਜੇਕਰ ਤੁਸੀਂ ਹਾਈਟ 2 mm ਬਣਾ ਰਹੇ ਹੋ ਤਾਂ ਲੈਂਥ ਆ ਜਿਹੜੀ ਉਹ 3 ਗੁਣਾ ਮਤਲਬ 6 mm ਬਣਾਉਣੀ ਆ। ਇਹ ਚੀਜ਼ ਤੁਸੀਂ ਧਿਆਨ ਰੱਖਣਾ। ਜਿਵੇਂ ਆਹ ਐਰੋ ਬਣਾਏ ਨੇ, ਕਿਸੇ ਨੇ ਐਰੋ ਇਸ ਤਰ੍ਹਾਂ ਨਹੀਂ ਬਣਾਉਣਾ, ਇਹ ਵੀ ਗਲਤ ਆ। ਕੋਈ ਇਸ ਤਰ੍ਹਾਂ ਬਣਾਉਂਦਾ, ਇਹ ਵੀ ਗਲਤ ਆ। ਇਸ ਤਰ੍ਹਾਂ ਬਣਾਇਆ, ਉਹ ਵੀ ਗਲਤ ਆ। ਇਹ ਵੀ ਐਰੋ ਗਲਤ ਹੈਗਾ। ਇਹ ਕਿਉਂ ਗਲਤ ਆ? ਕਿਉਂਕਿ ਇਹਦੀ ਹਾਈਟ ਤੇ ਜਿਹੜੀ ਲੈਂਥ ਉਹ ਬਿਲਕੁਲ ਸੇਮ ਲੱਗ ਰਹੀਆਂ ਨੇ। ਠੀਕ ਹੈ, ਇਸ ਤਰ੍ਹਾਂ ਤੁਸੀਂ ਕਿਸੇ ਨੇ ਐਰੋ ਨਹੀਂ ਬਣਾਉਣਾ। ਠੀਕ ਹੈ, ਇੱਕ ਤੁਸੀਂ ਐਰੋ ਬਣਾ ਕੇ ਦੇਖ ਲੈਣਾ 2 mm ਹਾਈਟ ਲੈ ਕੇ ਤੇ 6 mm ਲੈਂਥ ਲੈ ਕੇ, ਤਾਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਐਰੋ ਜਿਹੜਾ ਸ਼ੇਪ ਆ ਉਹ ਕਿਸ ਤਰ੍ਹਾਂ ਦੀ ਬਣਦੀ ਹੈ। ਤੇ ਤੁਸੀਂ ਉਸੇ ਤਰ੍ਹਾਂ ਦੇ ਐਰੋ ਹੀ ਬਣਾਉਣੇ ਆ। ਇੱਥੋਂ ਤੁਹਾਡੇ ਜਿਹੜੇ ਨੰਬਰ ਨੇ ਉਹ ਬਹੁਤ ਕੱਟ ਜਾਂਦੇ ਨੇ ਐਰੋ ਦੇ ਵਿੱਚ। ਤੇ ਐਰੋ ਬਿਲਕੁਲ ਐਕਸਟੈਂਸ਼ਨ ਲਾਈਨ ਦੇ ਨਾਲ ਲਾਉਣਾ, ਇਹ ਵੀ ਗਲਤ ਤਰੀਕਾ, ਕਿਉਂਕਿ ਐਕਸਟੈਂਸ਼ਨ ਲਾਈਨ ਤੋਂ ਪਿੱਛੇ ਰਹਿ ਗਿਆ। ਇਹ ਵੀ ਗਲਤ ਆ ਕਿਉਂਕਿ ਐਕਸਟੈਂਸ਼ਨ ਲਾਈਨ ਤੋਂ ਅੱਗੇ ਨਿਕਲ ਗਿਆ। ਇਹ ਸਹੀ ਤਰੀਕਾ ਹੈਗਾ, ਬਿਲਕੁਲ ਐਕਸਟੈਂਸ਼ਨ ਲਾਈਨ ਦੇ ਨਾਲ ਟੱਚ ਕਰਨਾ ਚਾਹੀਦਾ। ਤੇ ਇਹ ਬਿਲਕੁਲ ਧਿਆਨ ਰੱਖਣਾ ਵੀ ਜਿਹੜੀ ਲੈਂਥ ਆ ਉਹ ਹਾਈਟ ਨਾਲੋਂ 3 ਗੁਣਾ ਹੋਣੀ ਚਾਹੀਦੀ ਹੈ। ਆਮ ਤੌਰ ਤੇ ਆਪਾਂ 2 mm ਹਾਈਟ ਲੈਂਦੇ ਆ ਐਰੋ ਦੀ ਤੇ 6 mm ਉਸ ਦੀ ਲੈਂਥ ਲੈਂਦੇ ਆ। ਉਸੇ ਤਰ੍ਹਾਂ ਹੀ ਤੁਸੀਂ ਇਹ ਇੱਕ ਐਰੋ ਡਰਾ ਕਰਕੇ ਦੇਖ ਲੈਣਾ
ਤੁਹਾਨੂੰ ਪਤਾ ਲੱਗ ਜੂ ਐਰੋ ਕਿਸ ਤਰ੍ਹਾਂ ਬਣਦਾ। ਬਾਕੀ ਸਾਰੇ ਐਰੋ ਤੁਸੀਂ ਅੰਦਾਜ਼ੇ ਨਾਲ ਉਸ ਤਰ੍ਹਾਂ ਬਣਾ ਸਕਦੇ। ਉਸ ਤੋਂ ਬਾਅਦ ਆਉਂਦੇ ਆ ਡਿਮੈਂਸ਼ਨਿੰਗ ਕਰਨ ਲਈ ਵਿਧੀਆਂ। ਦੋ ਤਰ੍ਹਾਂ ਨਾਲ ਆਪਾਂ ਡਿਮੈਂਸ਼ਨਿੰਗ ਕਰ ਸਕਦੇ ਹਾਂ। ਪਹਿਲਾ ਆਉਂਦਾ ਅਲਾਈਨਡ ਸਿਸਟਮ। ਇਸ ਵਿਧੀ ਵਿੱਚ ਡਿਮੈਂਸ਼ਨ ਦੀ ਨਿਊਮੈਰੀਕਲ ਵੈਲਿਊ ਨੂੰ ਲਾਈਨ ਦੇ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਹਨਾਂ ਨੂੰ ਸਾਹਮਣੇ ਤੋਂ ਜਾਂ ਸੱਜੇ ਪਾਸੇ ਤੋਂ ਪੜ੍ਹਿਆ ਜਾ ਸਕੇ। ਇੱਥੇ ਦੇਖੋ ਤੁਸੀਂ ਨੀਚੇ 20 ਤੇ 25 ਦੋਨਾਂ ਨੂੰ ਮੈਂ ਸਾਹਮਣੇ ਪੜ੍ਹ ਰਿਹਾ, ਮੇਰੇ ਸਾਹਮਣੇ ਲਿਖੇ ਹੋਏ ਨੇ 20 ਤੇ 25। ਅਗਰ ਗੱਲ ਕਰਾਂ ਮੈਂ ਆਹ ਵਾਲੇ 20 ਤੇ 40 ਦੀ, ਤਾਂ ਇਹਨਾਂ ਨੂੰ ਮੈਂ ਇਸ ਐਰੋ ਹੈਡ ਡਾਇਰੈਕਸ਼ਨ 'ਚੋਂ ਪੜ੍ਹ ਰਿਹਾ। ਇੱਧਰੋਂ ਪੜ੍ਹਿਆ ਜਾਊਗਾ ਕਿਉਂਕਿ ਟੇਢੇ ਲਿਖੇ ਹੋਏ ਨੇ, ਤਾਂ ਇੱਧਰੋਂ ਪੜ੍ਹਿਆ ਜਾਊਗਾ ਐਰੋ ਹੈਡ ਦੀ ਡਾਇਰੈਕਸ਼ਨ 'ਚੋਂ, ਸੱਜੇ ਪਾਸਿਓਂ ਪੜ੍ਹ ਰਿਹਾ ਮੈਂ। ਠੀਕ ਹੈ, ਤਾਂ ਇੱਥੇ ਕੀ ਗੱਲ ਕਰੀਏ, ਜਿਸ ਜਿਹੜੀ ਨਿਊਮੈਰੀਕਲ ਵੈਲਿਊ ਹੈ ਉਹਨੂੰ ਜਾਂ ਸਾਹਮਣੇ ਤੋਂ ਪੜ੍ਹਿਆ ਜਾਂਦਾ ਜਾਂ ਸੱਜੇ ਪਾਸੇ ਤੋਂ ਪੜ੍ਹਿਆ ਜਾਂਦਾ। ਇਹ ਹੁੰਦਾ ਅਲਾਈਨਡ ਸਿਸਟਮ। ਉਸ ਤੋਂ ਬਾਅਦ ਆਉਂਦਾ ਯੂਨੀ ਡਾਇਰੈਕਸ਼ਨ ਸਿਸਟਮ। ਇਸ ਵਿਧੀ ਵਿੱਚ ਨਿਊਮੈਰੀਕਲ ਵੈਲਿਊ ਨੂੰ ਲਾਈਨ ਤੇ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਜਿਸ ਵਿੱਚ ਉਹਨਾਂ ਨੂੰ ਸਿਰਫ ਸਾਹਮਣੇ ਤੋਂ ਹੀ ਪੜ੍ਹਿਆ ਜਾ ਸਕਦਾ ਹੈ। ਜਿਵੇਂ ਇੱਥੇ 20 ਜਾਂ 25 ਨੂੰ ਮੈਂ ਸਾਹਮਣੇ ਤੋਂ ਪੜ੍ਹ ਰਿਹਾ, ਆ ਵੀ ਜਿਹੜਾ 20 ਤੇ 40 ਲਿਖਿਆ ਇਸ ਟੇਢਾ ਕਰਕੇ ਲਿਖਿਆ ਹੋਇਆ, ਇਹਨੂੰ ਮੈਂ ਸਾਹਮਣੇ ਤੋਂ ਪੜ੍ਹ ਰਿਹਾ। ਦੇਖੋ ਇੱਥੇ ਫਰਕ ਆ, ਇਹ ਇਸ ਤਰ੍ਹਾਂ ਲਿਖੇ ਹੋਏ ਨੇ ਤਾਂ ਜੋ ਸੱਜੇ ਪਾਸੇ ਪੜ੍ਹੇ ਜਾ ਸਕਣ, ਇਹ ਮੈਂ ਸਿੱਧੇ ਲਿਖੇ ਨੇ ਤਾਂ ਜੋ ਮੈਂ ਬਿਲਕੁਲ ਸਾਹਮਣੇ ਪੜ੍ਹਾਂ। ਇਹ ਆਪਾਂ ਇਸ ਇੱਧਰੋਂ ਨਹੀਂ ਪੜ੍ਹ ਸਕਦੇ, ਸਾਹਮਣੇ ਪੜ੍ਹੇ ਜਾ ਰਹੇ ਨੇ। ਜਿਸ ਤਰ੍ਹਾਂ ਇਹ 20 ਤੇ 25 ਹੈ ਉਸ ਤਰ੍ਹਾਂ ਹੀ ਇਹ 20 ਤੇ 40 ਹੈਗਾ। ਇਹ ਫਰਕ ਹੈਗਾ ਯੂਨਿਟ ਡਾਇਰੈਕਸ਼ਨ ਤੇ ਅਲਾਈਨ ਸਿਸਟਮ। ਤੁਸੀਂ ਦੋਨਾਂ ਨੂੰ ਜਿਹੜਾ ਮਰਜ਼ੀ ਮੈਥਡ ਆ ਉਹ ਵਰਤ ਸਕਦੇ ਹੋ ਡਿਮੈਂਸ਼ਨਿੰਗ ਕਰਨ ਲਈ। ਤੇ ਡਿਮੈਂਸ਼ਨਿੰਗ ਹਮੇਸ਼ਾ ਲਾਈਨ ਦੇ ਉੱਪਰ ਕਰਨੀ ਆ, ਜਾਂ ਲਾਈਨ ਨੂੰ ਕੱਟ ਕੇ ਕਰਨੀ ਹੈ ਵਿਚਕਾਰੋਂ ਤੋੜ ਕੇ, ਜਾਂ ਉੱਪਰ ਕਰਨੀ ਹੈ। ਕਦੇ ਵੀ ਡਿਮੈਂਸ਼ਨਿੰਗ ਲਾਈਨ ਦੇ ਨੀਚੇ ਨਹੀਂ ਕਰਨੀ। ਦੇਖੋ ਇੱਥੇ ਵੀ 40 ਉੱਪਰ ਲਿਖਿਆ, 20 ਵੀ ਉੱਪਰ ਲਿਖਿਆ ਹੋਇਆ, 25 ਵੀ ਉੱਪਰ ਲਿਖਿਆ, ਇੱਧਰ ਵੀ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਹਮੇਸ਼ਾ ਲਾਈਨ ਦੇ ਉੱਪਰ ਕੀਤੀਆਂ ਹੋਈਆਂ ਨੇ। ਤਾਂ ਉਸ ਤੋਂ ਬਾਅਦ ਆ ਜਾਂਦਾ ਡਿਮੈਂਸ਼ਨਿੰਗ ਅਰੇਂਜਮੈਂਟ ਆਫ। ਡਿਮੈਂਸ਼ਨਿੰਗ ਦੇ ਅਰੇਂਜਮੈਂਟ ਕੀ ਨੇ? ਆਪਾਂ ਚਾਰ ਤਰੀਕੇ ਨਾਲ ਡਿਮੈਂਸ਼ਨਿੰਗ ਜਿਹੜੀ ਹੈਗੀ ਆ ਉਹ ਪਲੇਸ ਕਰ ਸਕਦੇ ਹਾਂ। ਨੰਬਰ 1 ਤੇ ਚੇਨ ਡਿਮੈਂਸ਼ਨਿੰਗ। ਚੇਨ ਡਿਮੈਂਸ਼ਨਿੰਗ ਦੇ ਵਿੱਚ ਕੀ ਹੁੰਦਾ, ਇੱਕ ਚੇਨ ਬਣਦੀ ਹੈਗੀ ਜਿਵੇਂ ਤੁਸੀਂ ਦੇਖ ਰਹੇ ਹੋ ਫਿਗਰ ਦੇ ਵਿੱਚ। ਤਾਂ ਪੇਪਰ 'ਚ ਮੈਂ ਕਈ ਪੇਪਰ ਦੇਖੇ ਨੇ, ਉਸ ਦੇ ਵਿੱਚ ਇਹ ਕੁਐਸਚਨ ਆਉਂਦਾ ਡਰਾ ਚੇਨ ਡਿਮੈਂਸ਼ਨਿੰਗ। ਤਾਂ ਤੁਸੀਂ ਇਸ ਤਰ੍ਹਾਂ ਕੋਈ ਫਿਗਰ ਬਣਾ ਕੇ ਐਵੇਂ ਡਿਮੈਂਸ਼ਨਿੰਗ ਕਰ ਦੇਣੀ ਹੈ। ਦੇਖੋ ਇਹ ਚੇਨ ਬਣ ਗਈ ਇੱਕ ਤਰ੍ਹਾਂ ਦੀ, ਆ ਜਿਵੇਂ ਅੜੀਆਂ ਹੁੰਦੀਆਂ ਚੇਨ ਦੀਆਂ 1 2 3 4, ਇਹ ਪੂਰੀ ਚੇਨ ਬਣ ਚੁੱਕੀ ਹੈ ਸਿੱਧੋ ਸਿੱਧੀ। ਠੀਕ ਹੈ, ਇਸ ਤਰ੍ਹਾਂ ਕਹਿੰਦੇ ਚੇਨ ਡਿਮੈਂਸ਼ਨਿੰਗ। ਇਹ ਹੋ ਗਈ ਪੈਰਲਲ ਡਿਮੈਂਸ਼ਨਿੰਗ, ਮਤਲਬ ਜਿਹੜੀਆਂ ਡਿਮੈਂਸ਼ਨਿੰਗ ਕਰੀਆਂ ਲਾਈਨਾਂ ਨੇ ਉਹ ਸਾਰੀਆਂ ਇੱਕ ਦੂਜੇ ਦੇ ਸਮਾਨ ਅੰਤਰ ਨੇ। ਆਹ ਲਾਈਨ ਇਸ ਦੇ ਸਮਾਨ ਅੰਤਰ ਹੈ, ਇਹ ਸਾਰੀਆਂ ਲਾਈਨਾਂ ਆਪਸ ਵਿੱਚ ਪੈਰਲਲ ਨੇ ਤੇ ਸਮਾਨ ਅੰਤਰ ਨੇ, ਇਸ ਲਈ ਇਹਨੂੰ ਕਹਿੰਦੇ ਨੇ ਪੈਰਲਲ ਡਿਮੈਂਸ਼ਨਿੰਗ। ਕੰਬਾਈਨਡ ਡਿਮੈਂਸ਼ਨਿੰਗ ਦੇ ਵਿੱਚ ਆਪਾਂ ਦੋਨੇ ਤਰੀਕੇ ਵਰਤਦੇ ਹਾਂ, ਚੇਨ ਤੇ ਪੈਰਲਲ। ਚੇਨ ਤੇ ਪੈਰਲਲ ਦੋਨਾਂ ਦੇ ਕੰਬੀਨੇਸ਼ਨ ਨੂੰ ਆਪਾਂ ਕਹਿੰਦੇ ਹਾਂ ਕੰਬਾਈਨਡ ਡਿਮੈਂਸ਼ਨਿੰਗ। ਦੇਖੋ ਨੀਚੇ ਤਾਂ ਚੇਨ ਡਿਮੈਂਸ਼ਨਿੰਗ ਕਰੀ ਹੋਈ ਹੈ, ਉੱਪਰ ਪੈਰਲਲ ਡਿਮੈਂਸ਼ਨਿੰਗ ਕਰੀ ਹੋਈ ਹੈ, ਤਾਂ ਇਹਨੂੰ ਕਹਿੰਦੇ ਨੇ ਕੰਬਾਈਨਡ। ਤਾਂ ਤੁਸੀਂ ਕੋਈ ਮਰਜ਼ੀ ਵਰਤ ਲਓ, ਚੇਨ ਵਰਤ ਲਓ, ਪੈਰਲਲ ਵਰਤ ਲਓ ਜਾਂ ਕੰਬਾਈਨਡ ਵਰਤ ਲਓ। ਇੱਕ ਹੁੰਦੀ ਹੈ ਪ੍ਰੋਗਰੈਸਿਵ ਡਿਮੈਂਸ਼ਨਿੰਗ। ਇਹ ਵੈਸੇ ਆਪਾਂ ਕਦੇ ਯੂਜ਼ ਨਹੀਂ ਕਰਦੇ ਹੈਗੇ, ਬਹੁਤ ਘੱਟ ਯੂਜ਼ ਕਰਦੇ ਹਾਂ। ਤਾਂ ਇਹ 'ਚ ਇੱਕ ਪੁਆਇੰਟ ਨੂੰ ਆਪਾਂ 0 ਲੈ ਲੈਣਾ, ਜਿੱਥੇ ਮਰਜ਼ੀ 0 ਲੈ ਲਓ, ਉੱਥੋਂ ਡਿਮੈਂਸ਼ਨਿੰਗ ਕਰਦੇ ਹਾਂ। ਜਿਵੇਂ ਇਹ ਪਾਰਟ ਇੱਥੋਂ 20 mm ਦਾ, ਤਾਂ ਇੱਥੋਂ ਇੱਕ ਐਰੋ ਲਾ ਕੇ ਆਪਾਂ ਲਿਖਤਾ 20। ਤੇ ਨੈਕਸਟ ਪਾਰਟ ਜਿਹੜਾ ਇੱਥੋਂ ਇੱਥੇ ਤੱਕ ਡਿਸਟੈਂਸ ਆ 35 mm, ਤਾਂ ਇੱਥੋਂ ਲਿਖਤਾ 35। ਜੇ ਆਪਣੇ ਆਹ ਕੱਢਣਾ ਤਾਂ ਮਾਈਨਸ ਕਰਨਾ ਪਊਗਾ 35 ਚੋਂ 20, ਇਹ 15 ਰਹਿ ਜਾਊਗਾ। ਉਸੇ ਤਰ੍ਹਾਂ ਇੱਧਰੋਂ ਇੱਥੋਂ ਇੱਥੇ ਤੱਕ 30 ਆ, 0 ਤੋਂ ਲੈ ਕੇ ਇੱਥੇ ਤੱਕ 50 ਗਾ, 0 ਤੋਂ ਲੈ ਕੇ ਇੱਥੇ ਤੱਕ 65 ਹੈਗਾ, 0 ਤੋਂ ਇੱਥੋਂ ਤੱਕ 90 ਹੈਗਾ। ਇਹ ਤੁਹਾਡੇ ਡਿਮੈਂਸ਼ਨਿੰਗ ਅਰੇਂਜਮੈਂਟ ਨੇ। ਤੁਹਾਨੂੰ ਪੇਪਰ 'ਚ ਐਵੇਂ ਬਣਾਉਣਾ ਹੁੰਦਾ ਡਰਾ ਪੈਰਲਲ ਡਿਮੈਂਸ਼ਨਿੰਗ। ਤੁਸੀਂ ਇੱਕ ਫਿਗਰ ਬਣਾਓ ਤੇ ਪੈਰਲਲ ਡਿਮੈਂਸ਼ਨਿੰਗ ਜਿਵੇਂ ਮੈਂ ਕੀਤੀ ਹੈ ਉਸ ਤਰ੍ਹਾਂ ਕਰ ਦਿਓ। ਡਰਾ ਚੇਨ ਡਿਮੈਂਸ਼ਨਿੰਗ ਤਾਂ ਉਸ ਤਰ੍ਹਾਂ ਕਰ ਦਿਓ। ਉਸ ਤੋਂ ਬਾਅਦ ਆਉਂਦੇ ਆ ਡਿਮੈਂਸ਼ਨ ਆਫ ਡਾਇਆਮੀਟਰ। ਜਿਹੜੇ ਡਾਇਆਮੀਟਰ ਆ ਕਿਸੇ ਚੀਜ਼ ਦਾ ਉਹਦੀ ਕਿਵੇਂ ਡਿਮੈਂਸ਼ਨਿੰਗ ਕਰਨੀ। ਠੀਕ ਹੈ, ਆਵੇਂ ਨੀਚੇ ਇੱਕ ਰੈੱਡ ਅੱਖਰੇ ਲਿਖਿਆ ਹੋਇਆ 5 5 ਦਾ ਮਤਲਬ ਹੁੰਦਾ ਡਾਇਆਮੀਟਰ। ਡਾਇਆਮੀਟਰ 15 ਮਤਲਬ 15 mm ਉਹਦਾ ਡਾਇਆਮੀਟਰ ਹੈਗਾ, ਇਹਨੂੰ 5 ਕਹਿੰਦੇ ਆ। ਤਾਂ ਇੱਕ ਤਰੀਕਾ ਦੇਖੋ ਇਹ ਹੈਗਾ, ਇਹ ਸਾਰੇ 5 ਨੇ, F ਲਿਖਿਆ ਹੋਇਆ ਨਾ, ਇਹ ਸਾਰੇ 5 ਨੇ। ਇੱਕ ਤਰੀਕਾ ਇਹ ਹੈ ਵੀ 5 12 ਲਿਖਤਾ ਮੈਂ, ਇੱਥੋਂ ਪਤਾ ਲੱਗ ਜਿਹੜਾ ਸਰਕਲ ਆ ਉਹਦਾ ਡਾਇਆਮੀਟਰ ਕਿੰਨਾ 12 mm। ਇੱਕ ਮੈਂ ਇਸ ਤਰ੍ਹਾਂ ਕਰ ਸਕਦਾ, ਐਕਸਟੈਂਸ਼ਨ ਲਾਈਨ ਲਗਾ ਕੇ ਡਿਮੈਂਸ਼ਨਿੰਗ, ਜਿਵੇਂ ਡਿਮੈਂਸ਼ਨ ਲਾਈਨ ਲਾ ਕੇ ਉੱਤੇ ਲਿਖਤਾ 20, ਇੱਥੋਂ ਮੈਨੂੰ ਪਤਾ ਲੱਗ ਗਿਆ ਡਾਇਆਮੀਟਰ 20 ਹੈਗਾ। ਇੱਕ ਇਹ ਤਰੀਕਾ, ਉਹਦੇ ਵਿੱਚ ਮੈਂ ਡਿਮੈਂਸ਼ਨ ਲਾਈਨ ਲਗਾਤੀ ਸਰਕਲ ਦੇ ਵਿੱਚ, ਉਹਦੇ ਉੱਪਰ ਲਿਖਤਾ ਮੈਂ 20 5 5 ਜ਼ਰੂਰ ਲਿਖਣਾ ਨਾਲ। ਠੀਕ ਹੈ, 5 ਤੋਂ ਪਤਾ ਲੱਗਦਾ ਵੀ ਸਰਕਲ ਗੋਲ ਚੀਜ਼ ਹੈਗੀ, ਤਾਂ ਇੱਥੇ ਲਿਖਤਾ ਮੈਂ 30, ਤਾਂ ਇਹਦਾ ਪਤਾ ਲੱਗ ਗਿਆ ਡਾਇਆਮੀਟਰ 30 ਹੈਗਾ। ਇੱਕ ਤਰੀਕਾ ਇਹ ਹੈ ਮੈਂ ਲਾਈਨ ਵਿੱਚ ਲਾਈ, ਉਹਦਾ ਐਰੋ ਕੱਢ ਕੇ ਇੱਕ ਐਰੋ ਲਗਾ ਕੇ ਲਿਖਤਾ 540 ਵੀ ਇਹਦਾ ਡਾਇਆਮੀਟਰ 40 mm। ਇਹ 1 2 3 4 ਤਰੀਕੇ ਨੇ ਡਿਮੈਂਸ਼ਨਿੰਗ ਦੇ। ਇਹ ਰੇਡੀਅਸ ਦਾ ਗਲਤੀ ਨਾਲ ਆ ਗਿਆ, 4 ਤਰੀਕੇ ਨੇ ਡਾਇਆਮੀਟਰ ਦੀ ਡਿਮੈਂਸ਼ਨਿੰਗ ਦੇ। ਉਸ ਤੋਂ ਬਾਅਦ ਆਉਂਦਾ ਡਿਮੈਂਸ਼ਨਿੰਗ ਆਫ ਰੇਡੀਅਸ। ਰੇਡੀਅਸ ਦੀ ਡਿਮੈਂਸ਼ਨ ਕਿਵੇਂ ਕਰਨੀ ਹੈ? ਰੇਡੀਅਸ ਨੂੰ ਆਪਾਂ ਡਿਨੋਟ ਕਰਦੇ ਹਾਂ R ਦੇ ਨਾਲ। ਜਿਵੇਂ ਇੱਥੇ ਐਰੋ ਲਾਇਆ R 10, ਇਹਦਾ ਮਤਲਬ ਕੀ ਹੈ ਜਿਹੜੇ ਰੇਡੀਅਸ ਇੱਥੇ 10 mm ਹੈ, R 8।
ਤਾਂ ਇਹਦਾ ਰੇਡੀਅਸ ਕਿੰਨਾ 8 mm। ਇਹਦਾ ਇੱਕੋ ਹੀ ਤਰੀਕਾ ਹੈਗਾ ਆਰ ਰੇਡੀਅਸ ਤੁਸੀਂ ਆਰ ਲਾ ਕੇ ਲਿਖਣਾ, ਜਾਂ ਤੁਸੀਂ ਇੱਕ ਆਹ ਤਰੀਕਾ ਹੈਗਾ ਦੋਨੇ ਇੱਕ ਐਰੋ ਲਗਾਇਆ ਅੰਦਰ ਨੂੰ ਤੇ ਬਾਹਰ ਐਰੋ ਲਗਾਇਆ R12 ਵੀ ਲਿਖਤਾ ਇਹ 12 mm ਦਾ ਰੇਡੀਅਸ ਹੈ। ਇਹ ਦੋ ਤਰੀਕੇ ਤੁਸੀਂ ਰੇਡੀਅਸ ਦੀ ਡਿਮੈਂਸ਼ਨਿੰਗ ਲਈ ਵਰਤ ਸਕਦੇ ਹੋ। ਉਸ ਤੋਂ ਬਾਅਦ ਡਿਮੈਂਸ਼ਨਿੰਗ ਆਫ ਐਂਗਲ, ਐਂਗਲ ਦੀ ਡਿਮੈਂਸ਼ਨਿੰਗ ਕਿਵੇਂ ਕਰਨੀ ਹੈ, ਠੀਕ ਹੈ। ਜਿਹੜੇ ਐਂਗਲ ਦੇ ਅੰਦਰ ਤੁਸੀਂ ਲਾਈਨ ਲਗਾਉਣੇ ਉੱਥੇ ਐਰੋ ਲਗਾਓ ਤੇ ਉੱਤੇ ਐਂਗਲ ਦਾ ਮਾਪ ਲਿਖ ਦਿਓ ਕਿੰਨਾ, ਇੱਕ ਇਹ ਤਰੀਕਾ ਹੋ ਗਿਆ। ਦੂਸਰਾ ਉਸ ਦੇ ਅੰਦਰ ਲਿਖ ਦਿਓ ਤੁਸੀਂ ਐਰੋ ਲਗਾ ਕੇ ਇਸ ਤਰ੍ਹਾਂ ਲਿਖ ਸਕਦੇ ਹੋ। ਤੀਸਰਾ ਅੰਦਰ ਐਂਗਲ ਅੰਦਰ ਲਗਾਇਆ ਜੇ ਛੋਟਾ ਗਾ ਜਿਵੇਂ 20 ਤੋਂ ਘੱਟ ਹੈ, ਠੀਕ ਹੈ, ਤਾਂ ਤੁਸੀਂ ਬਾਹਰਲੇ ਪਾਸੇ ਐਰੋ ਲਗਾਤੇ ਉੱਤੇ ਲਿਖਤਾ ਐਂਗਲ 32 ਡਿਗਰੀ ਜਾਂ 20 ਡਿਗਰੀ। ਇੱਕ ਇਹ ਤਰੀਕਾ ਵੀ ਤੁਸੀਂ ਕੁਝ ਵੀ ਨਹੀਂ ਲਾਇਆ ਹੈਗਾ ਐਂਗਲ ਦੇ ਅੰਦਰ, ਠੀਕ ਹੈ, ਕੋਈ ਲਾਈਨ ਨਹੀਂ ਲਗਾਈ, ਬਾਹਰੋਂ ਐਰੋ ਲਗਾਤੇ ਦੋਨੇ ਪਾਸੇ ਤੇ ਉੱਤੇ ਲਿਖਤਾ 18 ਡਿਗਰੀ, ਠੀਕ ਹੈ। ਇੱਕ ਇਹ ਤਰੀਕਾ ਐਰੋ ਬਾਹਰ ਲਗਾਏ ਐਂਗਲ ਅੰਦਰ ਲਿਖਤਾ 30 ਡਿਗਰੀ। ਇਹ 1 2 3 ਤੇ 4 ਤਰੀਕੇ ਤੁਹਾਡੇ ਹੈਗੇ ਨੇ ਐਂਗਲ ਦੀ ਡਿਮੈਂਸ਼ਨਿੰਗ ਦੇ। ਤੁਹਾਨੂੰ ਕਈ ਵਾਰ ਪੇਪਰ 'ਚ ਆ ਜਾਂਦਾ ਡਰਾ ਦਾ ਡਿਮੈਂਸ਼ਨ ਆਫ ਐਂਗਲ, ਤਾਂ ਤੁਸੀਂ ਕੋਈ 2 ਜਾਂ 3 ਡਰਾ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਡਿਮੈਂਸ਼ਨਿੰਗ ਆਫ ਹੋਲ, ਹੋਲ ਦੀ ਡਿਮੈਂਸ਼ਨਿੰਗ ਕਿਵੇਂ ਕਰਨੀ। ਇੱਕ ਤਰੀਕਾ ਤਾਂ ਇਹ ਆ ਵੀ ਆਪਾਂ ਲਿਖਤਾ φ 7 ਵੀ ਜਿਹੜਾ ਹੋਲ ਦਾ ਡਾਇਮੀਟਰ ਆ ਉਹ 7 mm ਤੇ ਇੱਕ ਉਹਦੀ ਡਗਾ ਦੀ ਡੈਪਥ, ਕਿਉਂਕਿ ਇਹ ਹੋਲ ਆ ਤਾਂ ਡੰਗਾਈ ਵੀ ਇਹਦੀ ਹੋਊਗੀ, ਠੀਕ ਹੈ। ਤਾਂ ਇੱਥੇ ਲਿਖਤਾ ਵਾ 22, ਤਾਂ ਇੱਥੋਂ ਕੀ ਪਤਾ ਲੱਗ ਗਿਆ ਵੀ ਜਿਹੜੀ ਹੋਲ ਦੀ ਡੰਗਾਈ ਉਹ 22 ਹੈ ਤੇ ਡਾਇਮੀਟਰ ਜਿਹੜਾ ਹੋਲ ਦਾ ਉਹ 7 mm। ਇੱਕ ਤਰੀਕਾ ਇਹ ਹੈ ਵੀ ਇਸ ਤਰ੍ਹਾਂ ਉਹਦੇ ਮੂਹਰੇ ਲਿਖਦਾ 4 ਹੋਲਸ φ 7 ਗੁਣਾ 10 ਡੀਪ, ਤਾਂ 4 ਹੋਲਸ ਨੇ 1 2 3 4 φ 7 ਉਹਦਾ ਡਾਇਮੀਟਰ ਹੋਲ ਦਾ ਕਿੰਨਾ 7 mm ਸਾਰਿਆਂ ਦਾ ਗੁਣਾ 10 ਡੀਪ, ਹਰੇਕ ਜਿਹੜੀ ਹੋਲ ਆ ਉਹ 10 mm 10 ਮਿਲੀਮੀਟਰ ਡਿਗਾਈ ਚ। ਇਸ ਤਰ੍ਹਾਂ ਆਪਾਂ ਹੋਲ ਦੀ ਡਿਮੈਂਸ਼ਨਿੰਗ ਕਰ ਸਕਦੇ ਹਾਂ। ਇੱਕ ਇਹ ਤਰੀਕਾ ਹੋ ਗਿਆ, ਇਸ ਤਰ੍ਹਾਂ ਲਿਖਤਾ φ 7 ਗੁਣਾ 10 ਡੀਪ, ਤੇ ਇੱਕ ਇਸ ਤਰ੍ਹਾਂ ਆਪਾਂ ਨੇ ਹੋਲ ਬਣਾ ਕੇ ਇਸ ਤਰ੍ਹਾਂ ਕਰਤੀ ਡਿਮੈਂਸ਼ਨਿੰਗ, ਉਹਦੀ ਡਾਇਮੀਟਰ ਅਲੱਗ ਦਿਖਾਤਾ ਡੈਪਥ ਉਹਦੀ ਅਲੱਗ ਦਿਖਾਤੀ। ਦੋ ਤਰੀਕੇ ਹੋਲ ਦੀ ਡਿਮੈਂਸ਼ਨਿੰਗ ਕਰਨ ਦੇ। ਉਸ ਤੋਂ ਬਾਅਦ ਚੈਂਫਰ, ਚੈਂਫਰ ਤੁਹਾਨੂੰ ਮੈਂ ਆਪਾਂ ਕੀ ਹੁੰਦਾ ਜਿਹੜਾ ਜਿਵੇਂ ਕੋਈ ਨਾਟਕ ਹੈ ਜਾਂ ਕੋਈ ਤੁਹਾਡਾ ਖੂੰਜਾ ਗਾ ਉਹਨੂੰ ਆਪਾਂ ਥੋੜਾ ਜਿਹਾ ਤਿਰਛਾ ਕੀਤਾ ਹੁੰਦਾ ਤਾਂ ਜੋ ਹੱਥ 'ਚ ਨਾ ਵੱਜੇ, ਤਿੱਖਾ ਨਾ ਹੋਵੇ, ਠੀਕ ਹੈ ਜੀ। ਚੈਂਫਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇੱਕ ਤਾਂ ਇਹ ਤਰੀਕਾ ਗਾ ਲਿਖਤਾ 2 ਗੁਣਾ 45, ਇੱਥੋਂ ਕੀ ਕਲੀਅਰ ਹੋ ਗਿਆ ਵੀ 2 mm ਦਾ ਚੈਂਫਰ ਆ, ਆਹ ਵਾਲੀ ਲੈਂਥ ਹੈ 2 mm ਹੈ ਤੇ ਕਿੰਨੇ ਦੇ ਐਂਗਲ ਤੇ ਕੀਤੀ ਹੋਈ ਆ 45 ਦੇ ਐਂਗਲ ਦੇ ਉੱਪਰ। ਇੱਕ ਇਹ ਤਰੀਕਾ ਗਾ 2 ਇੱਥੇ ਲਿਖਤਾ 2 mm ਤੇ ਉੱਤੇ ਐਂਗਲ ਕਰਤਾ 30 ਡਿਗਰੀ, ਤਾਂ ਇੱਥੋਂ ਕੀ ਪਤਾ ਲੱਗਿਆ ਵੀ 2 mm ਦਾ ਤੁਹਾਡਾ ਚੈਂਫਰ ਹੈਗਾ ਤੇ 30 ਦੇ ਐਂਗਲ ਤੇ ਕੀਤਾ ਹੋਇਆ। ਦੋ ਤਰੀਕੇ ਆ, ਇੱਕ ਇਹ ਵਾਲਾ ਤੇ ਇੱਕ ਇਹ ਵਾਲਾ। ਇਹ ਐਕਸਟਰਨਲ ਟੇਪਰ ਹੈ, ਇਹ ਸੇਮ ਉਸੇ ਤਰ੍ਹਾਂ ਹੀ ਇੰਟਰਨਲ ਟੇਪਰ ਆ। 2 ਗੁਣਾ 45 ਵੀ 2 mm ਦੀ ਡਿਸਟੈਂਸ ਹੈ ਤੇ 45 ਦੇ ਐਂਗਲ ਤੇ ਕੀਤਾ ਹੋਇਆ, ਤੇ ਸੇਮ ਦੂਸਰਾ 2 mm ਇਸ ਦੀ ਚੈਂਫਰ ਕੀਤਾ ਤੇ 30 ਡਿਗਰੀ ਦੇ ਐਂਗਲ ਤੇ ਕੀਤਾ। 30 ਵੀ ਲਾ ਲਓ 45 ਲਾ ਲਓ ਜਿੰਨਾ ਵੀ ਹੈਗਾ। ਇਹ ਦੋ ਤਰੀਕੇ ਡਿਮੈਂਸ਼ਨਿੰਗ ਕਰਨ ਚੈਂਫਰ ਦੇ। ਇੱਕ ਇਸ ਤਰ੍ਹਾਂ ਲਿਖ ਸਕਦੇ ਹਾਂ 2 ਗੁਣਾ 45, ਦੂਸਰਾ ਐਂਗਲ ਤੇ ਜਿਹੜੀ ਉਹਦੀ ਲੈਂਥ ਉਹ ਅਲੱਗ-ਅਲੱਗ ਲਿਖਤੀ। ਉਸ ਤੋਂ ਬਾਅਦ ਨੇ ਡਿਮੈਂਸ਼ਨਿੰਗ ਆਫ ਡਰਿਲਿੰਗ ਹੋਲ, ਕਾਊਂਟਰ ਸਿੰਕਿੰਗ, ਕਾਊਂਟਰ ਬੋਰਿੰਗ ਤੇ ਸਪੌਟ ਫੇਸਿੰਗ। ਸਭ ਤੋਂ ਪਹਿਲਾਂ ਡਰਿਲਿੰਗ ਦੇ ਵਿੱਚ ਇੱਕ ਤਾਂ ਇੱਧਰ ਉਹਨੇ ਕੀਤੀ ਹੋਈ ਹੈ φ 8 12 ਡੀਪ। ਇਹਦਾ ਮਤਲਬ ਕੀ ਹੈ, ਜਿਹੜਾ ਉਹਦਾ ਡਾਇਮੀਟਰ ਆ ਉਹ 8 mm ਹੈ ਤੇ ਡੂੰਘੀ ਕਿੰਨੀ ਆ ਉਹ 12 ਮਿਲੀਮੀਟਰ। ਦੂਜਾ ਤਰੀਕਾ ਇਹ ਹੈਗਾ 16 ਥਰੂ ਹੋਲ, φ 6 ਥਰੂ ਹੋਲ, ਡਾਇਮੀਟਰ ਕਿੰਨਾ 6 mm, ਥਰੂ ਹੋਲ ਮਤਲਬ ਹੋਲ ਆਰ ਪਰ ਆ ਗਏ, ਜਿੰਨੀ ਉਹਦੀ ਵਿਡਥ ਆ ਗਈ ਸ਼ੀਟ ਦੀ ਉਹਦੇ ਵਿੱਚ ਆਰ ਪਰ ਹੋਲ ਕੱਢ ਦੇਣੀ ਆ। ਫਿਰ ਆਉਂਦਾ ਕਾਊਂਟਰ ਸਿੰਕ। ਕਾਊਂਟਰ ਸਿੰਕ ਹੁੰਦਾ CSK, CSK ਨੂੰ ਲਿਖਦੇ ਆ ਕਾਊਂਟਰ ਸਿੰਕ 90 ਗੁਣਾ 10 mm। ਤਾਂ ਇਹਦਾ ਮਤਲਬ ਕੀ ਆ, ਜਿਹੜਾ ਇੱਥੇ ਐਂਗਲ ਬਣ ਰਿਹਾ ਵਾਲਾ ਇੱਥੇ ਐਂਗਲ ਬਣੂਗਾ ਉਹ 90 ਡਿਗਰੀ ਦਾ ਬਣੂਗਾ ਤੇ 10 mm ਆਹ ਵਾਲਾ ਡਿਸਟੈਂਸ ਆ ਉਹ 10 mm। ਇੱਕ ਤਾਂ ਕਾਊਂਟਰ ਸਿੰਕ ਦਾ ਇਹ ਹੋ ਗਿਆ, ਇੱਕ ਹੋ ਗਿਆ ਇਹ ਵਾਲਾ ਵੀ ਆਪਾਂ ਨੇ ਐਂਗਲ ਅਲੱਗ ਤੋਂ ਦਿਖਾਤਾ 90 ਡਿਗਰੀ, ਠੀਕ ਹੈ, ਤੇ ਆਹ ਡਿਸਟੈਂਸ ਜਿਹੜਾ ਵੀ 10 mm ਜਾਂ 14 mm ਉਹ ਅਲੱਗ ਤੋਂ ਦਿਖਾਤਾ। ਤਾਂ ਦੋ ਤਰੀਕੇ ਹੋਏ ਕਾਊਂਟਰ ਸਿੰਕ ਦੇ, ਇੱਕ ਇਹ ਵਾਲਾ ਤੇ ਇੱਕ ਇਹ ਵਾਲਾ। ਸੇਮ ਕਾਊਂਟਰ ਬੋਰ ਹੋ ਗਿਆ। ਕਾਊਂਟਰ ਬੋਰ ਸਿਰਫ ਆਪਾਂ ਐਵੇਂ ਹੀ ਕਰਦੇ ਹਾਂ φ 12 mm ਵੀ 12 mm ਦਾ ਜਿਹੜਾ ਹੋਲ ਹੈ ਡੂੰਘਾ ਕਿੰਨਾ ਗਾ ਉਹ 8 mm, ਇੱਥੋਂ ਅਲੱਗ ਤੋਂ ਲਿਖਿਆ ਹੋਇਆ। ਜਾਂ ਇੱਥੇ ਵੀ ਲਿਖ ਦਿੰਦੇ ਨੇ φ 12 8 ਡੀਪ, ਇੱਥੋਂ ਕਲੀਅਰ ਹੋ ਜਾਂਦਾ ਆਪਾਂ ਨੂੰ। ਤੇ ਇਹ ਸਪੌਟ ਫੇਸਿੰਗ ਦੇ ਕਾਊਂਟਰ ਬੋਰ ਦਾ ਕੋਈ ਫਰਕ ਨਹੀਂ ਹੈ, ਦੋਨੇ ਸੇਮ ਹੁੰਦੇ ਆ। ਹੁਣ ਆਏਗਾ ਡਿਮੈਂਸ਼ਨਿੰਗ ਆਫ ਥ੍ਰੈਡ। ਥ੍ਰੈਡ ਦੀ ਡਿਮੈਂਸ਼ਨਿੰਗ ਆਪਾਂ ਕਿਵੇਂ ਕਰ ਦਿਆਂਗੇ। ਇਹ ਐਕਸਟਰਨਲ ਥ੍ਰੈਡ ਆ, ਬਾਹਰੀ ਚੂੜੀ ਕੱਟੀ ਹੋਈ ਆ, ਤਾਂ M 10 ਗੁਣਾ 1.5। ਇਹਦਾ ਮੇਜਰ ਡਾਇਆ ਕਿੰਨਾ ਗਾ, M ਦਾ ਮਤਲਬ ਹੁੰਦਾ ਮੇਜਰ ਡਾਇਆ। ਮੇਜਰ ਡਾਇਆ ਕਿੰਨਾ 10 mm ਤੇ ਚੂੜੀ ਕਿੰਨੇ ਦੀ ਕੱਟੀ ਹੋਈ ਆ
1.5 mm ਦੀ ਜਿਹੜੀ ਚੂੜੀ ਕੱਟੀ ਆ ਉਹ 1.5 mm ਦੀ ਕੱਟੀ ਹੋਈ ਹੈ ਤੇ ਚੂੜੀ ਕਿੰਨੇ mm ਤੱਕ ਪਾਈ ਹੋਈ ਹੈ 20 mm ਤੱਕ। ਇਹ ਐਕਸਟਰਨਲ ਥ੍ਰੈਡ ਦੀ ਡਿਮੈਂਸ਼ਨਿੰਗ ਹੈਗੀ। ਇੱਕ ਦੱਸਣੀ ਚੂੜੀ ਕਿੰਨੇ mm ਤੱਕ ਪਾਈ ਹੋਈ ਹੈ, ਇੱਕ ਉਹਦਾ ਮੇਜਰ ਡਾਇਆ ਕਿੰਨਾ ਤੇ ਚੂੜੀ ਦੀ ਡੰਗਾਈ ਕਿੰਨੀ ਹੈ। ਇਹ ਤੁਹਾਡੀ ਇੰਟਰਨਲ ਥ੍ਰੈਡ ਦੀ ਹੈ। ਚੂੜੀ ਕਿੰਨੇ ਦੇ ਕੱਟੀ ਹੋਈ ਹੈ 12 mm ਤੱਕ ਤੇ ਮੇਜਰ ਡਾਇਆ ਕਿੰਨਾ 10 mm ਤੇ ਚੂੜੀ ਦੀ ਡੰਗਾਈ ਕਿੰਨੀ ਹੈ 1.5 mm। ਹਮੇਸ਼ਾ ਥ੍ਰੈਡ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ M10 M12 M14 ਇਸ ਤਰ੍ਹਾਂ। M ਦਾ ਮਤਲਬ ਹੁੰਦਾ ਮੇਜਰ ਡਾਇਆ। ਇਹ ਆ ਗਏ ਤੁਹਾਡੇ ਡਿਮੈਂਸ਼ਨਿੰਗ ਆਫ ਸਕੁਅਰ, ਹੈਕਸਾਗਨ ਤੇ ਸਫੀਅਰ। ਕੋਈ ਚੌਰਸ ਰੋਡ ਆ ਗਈ ਉਹਦੀ ਡਿਮੈਂਸ਼ਨਿੰਗ ਆਪਾਂ ਨੇ ਸ਼ੋਅ ਕਰਨਾ ਪੀਸ, ਉਸ ਦਾ ਇੱਥੇ ਨਾ ਮਿਸ ਪ੍ਰਿੰਟ ਆ SQ ਲਿਖਿਆ ਹੋਇਆ SQ20 ਮਤਲਬ ਸਕੁਅਰ 20। ਉਹਨੂੰ ਆਪਾਂ ਇਸ ਤਰ੍ਹਾਂ ਨੋਟ ਕਰਦੇ ਹਾਂ, ਇੱਕ ਬਾਕਸ ਬਣਾ ਕੇ 2 ਲਾਈਨਾਂ ਲਾਉਂਦੇ ਹਾਂ। ਜੇ ਉਹ ਹੈਕਸਾਗਨ ਆ 6 ਸਾਈਡਾਂ ਵਾਲਾ ਗਾ ਤਾਂ ਉਸ ਤੇ ਆਪਾਂ ਐਵੇਂ ਕਰਕੇ 2 ਇੱਧਰ 2 ਇੱਧਰ 4 ਲਾਈਨਾਂ ਲਗਾਉਣੇ ਆ ਤੇ ਉੱਤੇ ਲਿਖਦੇ ਆ ਹੈਕਸ 16 ਮਤਲਬ ਹੈਕਸਾਗਨ 16। ਜੇ ਸਫੀਅਰ ਆ ਗਈ ਜਿਵੇਂ ਬਾਲ ਆ, ਬਾਸਕਟਬਾਲ, ਵਾਲੀਬਾਲ ਆ ਤੁਹਾਡੀ, ਤਾਂ ਉਸ ਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ, ਉੱਤੇ ਲਿਖ ਕੇ ਸਫੀਅਰ ਲਿਖ ਦਿੰਦੇ ਆ। ਨਹੀਂ ਜੇ ਆਪਾਂ ਨੂੰ ਇਹ ਲੱਗੂ ਸਰਕਲ ਆ, ਜੇ ਆਪਾਂ ਲਿਖਾਂਗੇ ਸਫੀਅਰ ਤਾਂ ਪਤਾ ਲੱਗ ਜੂ ਆਪਾਂ ਨੂੰ ਇਹ ਸਫੀਅਰ ਆ ਗਏ। ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਕਈ ਵਾਰ ਆਇਆ ਵੀ ਡਰਾ ਦਾ ਡਾਇਮੈਂਸ਼ਨ ਆਫ ਸਕੁਅਰ, ਹੈਕਸਾਗਨ ਔਰ ਸਫੀਅਰ। ਇੱਕ ਬਹੁਤ ਇੰਪੋਰਟੈਂਟ ਆ ਗਈ ਡਿਮੈਂਸ਼ਨਿੰਗ ਆਫ ਟੇਪਰ, ਲਾਸਟ ਵਨ ਹੈ ਇਹ। ਤਾਂ ਟੇਪਰ ਦੇ ਵਿੱਚ ਕੀ ਆ, ਇੱਕ ਤਾਂ ਤੁਸੀਂ ਡਿਮੈਂਸ਼ਨ ਦੋਗੇ ਜਿੱਧਰ ਤਾਂ ਵੱਡਾ ਸਾਈ ਹੈ 20 mm, ਦੂਜੇ ਪਾਸੇ ਇਹ ਘਟ ਕੇ ਰਹਿ ਗਿਆ ਉਹ 18 mm। ਇੱਕ ਤਾਂ ਦੋਨੇ ਸਾਈ ਦੋਗੇ। ਇੱਕ ਕਿੰਨੀ ਲੈਂਥ ਤੇ ਟੇਪਰ ਕੀਤੀ ਹੈ ਉਹ ਲੈਂਥ ਦਿਓਗੇ ਜਿਵੇਂ 35 mm। ਹੁਣ ਆ ਗਿਆ ਟੇਪਰ ਕਿੰਨਾ ਕੀਤਾ 1:5 ਮਤਲਬ 5 ਜੇ 5 mm ਦੇ ਮਗਰ 1 mm ਘਟ ਜਾਂਦਾ ਹੈ। ਇਹਦਾ ਮਤਲਬ ਇਹ ਹੁੰਦਾ ਟੇਪਰ 1:5 ਦਾ ਵੀ ਇੱਥੇ ਕਿੰਨਾ ਗਾ 7 mm। ਠੀਕ ਹੈ, ਤੇ ਇਹ ਥੋੜੀ ਵੈਸੇ ਲਿਖੀ ਹੋਈ ਤਾਂ ਗਲਤ ਆ, ਤਾਂ ਇਧਰ 5 mm ਜਿੰਨਾ ਵੀ ਹੋਊਗਾ ਉਹ ਘਟੂਗਾ ਵੀ 5 mm ਦੇ ਮਗਰ 1 mm ਆ ਜਿਹੜਾ ਉਹ ਟੇਪਰ ਘਟ ਰਿਹਾ। ਤੁਸੀਂ ਇਹ ਲਿਖਣਾ ਸਿਰਫ ਇੱਧਰ ਡਾਇਮੈਂਸ਼ਨ ਦੇਣੀ ਹੈ, ਇੱਧਰ ਡਾਇਮੈਂਸ਼ਨ ਦੇਣੀ ਹੈ, ਆਹ ਵਾਲੀ ਲੈਂਥ ਦੇਣੀ ਹੈ ਤੇ ਉੱਤੇ ਲਿਖਣਾ ਟੇਪਰ 1:5 ਜਾਂ 1:2 ਜਾਂ 1:10 ਵੀ 10 mm ਮਗਰ 1 ਘਟ ਰਿਹਾ। ਤੇ ਜਾਂ ਤੁਸੀਂ ਕਰਨਾ ਟੇਪਰ ਆਹ ਨਹੀਂ ਲਿਖਣਾ, ਟੇਪਰ 1:5 ਨਹੀਂ ਲਿਖਣਾ, ਤੁਸੀਂ ਕੀ ਲਿਖੋਗੇ ਐਂਗਲ ਲਿਖੋਗੇ ਜਿਵੇਂ ਇਹਨੇ ਲਿਖਿਆ ਹੋਇਆ। ਇਹਨੇ ਲਿਖਿਆ 2 ਡਿਗਰੀ 6 ਮਿੰਟ ਤੇ 20 ਸਕਿੰਟ। ਐਂਗਲ ਨੂੰ ਆਪਾਂ ਮਿੰਟ ਦੇ ਸਕਿੰਟ 'ਚ ਡਿਨੋਟ ਕਰਦੇ ਹਾਂ, ਡਿਗਰੀ ਤੋਂ ਬਾਅਦ ਛੋਟੀ ਯੂਨਿਟ ਆ। ਤੁਸੀਂ ਸਿੰਪਲ ਲਿਖ ਸਕਦੇ 2 ਡਿਗਰੀ ਇੱਕ ਐਂਗਲ ਦਾ ਸ਼ੋਅ ਕਰ ਦੋਗੇ। ਨਹੀਂ ਤੁਸੀਂ ਐਂਗਲ ਨਹੀਂ ਸ਼ੋਅ ਕਰਨਾ, ਤੁਸੀਂ ਲਿਖੋਗੇ ਟੇਪਰ 1:5 ਜਾਂ 1:10 ਜੋ ਵੀ ਆ। ਤਾਂ ਇੱਕ ਆ ਗਏ ਕਨਵੈਨਸ਼ਨ ਐਂਡ ਸਿੰਬਲਸ। ਹੁਣ ਆਪਾਂ ਗੱਲ ਕਰਦੇ ਹਾਂ ਕਨਵੈਨਸ਼ਨ ਦੇ ਸਿੰਬਲ ਦੀ। ਇਹ ਮਟੀਰੀਅਲ ਦੇ ਸਿੰਬਲ ਨੇ, ਠੀਕ ਆ। ਜਿਵੇਂ ਸਟੀਲ, ਕਾਸਟ ਆਇਰਨ, ਕਾਪਰ, ਐਲੂਮੀਨੀਅਮ ਤੇ ਅਲੋਏ ਆ ਕੋਈ, ਉਹਨੂੰ ਆਪਾਂ ਇਸ ਤਰ੍ਹਾਂ ਤੁਸੀਂ ਇਹਦਾ ਸਿੰਬਲ ਬਣਾਉਣਾ। ਇਹ ਵੀ ਪੇਪਰ ਦੇ ਵਿੱਚ ਹਰ ਵਾਰੀ ਆਉਂਦੇ ਆ ਵੀ ਡਰਾ ਦਾ ਕਨਵੈਨਸ਼ਨ ਸਿੰਬਲ ਆਫ ਕਾਸਟ ਆਇਰਨ, ਤਾਂ ਤੁਸੀਂ ਇਹ ਬਣਾ ਦੇਣਾ। ਕਾਪਰ ਦਾ ਗਿਆ ਤਾਂ ਵੀ ਇਹ ਬਣਾ ਦੇਣਾ। ਅਗਰ ਲੈਡ, ਜ਼ਿੰਕ, ਟਿਨ, ਵਾਈਟ ਮੈਟਲ ਹੈ ਤਾਂ ਤੁਸੀਂ ਇਸ ਤਰ੍ਹਾਂ ਬਣਾਉਣਾ ਗਾ ਸਿੰਬਲ। ਬਰਾਸ, ਬ੍ਰੌਂਜ, ਗਨ ਮੈਟਲ ਹੈ ਤਾਂ ਤੁਸੀਂ ਇਸ ਤਰ੍ਹਾਂ ਬਣਾਓਗੇ। ਗਲਾਸ ਹੈ, ਸ਼ੀਸ਼ਾ ਗਾ, ਤਾਂ ਇਸ ਤਰ੍ਹਾਂ ਬਣਾਓਗੇ। ਇਹ ਤੁਸੀਂ ਯਾਦ ਰੱਖਣੇ ਆ। ਜਾਂ ਪੋਲੀਕੇਨ ਹੈ, ਸਟੋਨ ਵੇਅਰ ਹੈ, ਮਾਰਬਲ ਆ, ਸਲੇਟ ਆ, ਕੋਈ ਪੱਥਰ ਦੀ ਚੀਜ਼ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਪੱਥਰ ਨੂੰ ਨੋਟ ਕਰਦੇ ਹਾਂ ਆਪਾਂ। ਜਿਹੜੀਆਂ ਆਪਣੇ ਬੈਲਟ ਹੋ ਗਈਆਂ, ਲੈਦਰ ਬੈਲਟ ਹੋ ਗਈ, ਠੀਕ ਆ, ਕੋਈ ਇੰਸੂਲੇਟਿੰਗ ਮਟੀਰੀਅਲ ਆ, ਮਾਈਕਾ, ਰਬੜ, ਉਹਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਵੁੱਡ ਜਾਂ ਪਲਾਈਵੁੱਡ ਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਇਹ ਜ਼ਰੂਰੀ ਨਹੀਂ ਹੈਗਾ ਵੀ ਇਸ ਤਰ੍ਹਾਂ ਹੀ ਬਣਾਉਣਾ ਤੁਸੀਂ, ਬਸ 2 ਸਰਕਲ ਜੇ ਲਾ ਕੇ ਵਿੱਚ ਐਵੇਂ ਲਾਈਨਾਂ ਕੱਢ ਕੇ ਇਸ ਤਰ੍ਹਾਂ ਤੁਸੀਂ ਡਰਾ ਕਰ ਸਕਦੇ ਹੋ। ਅਰਥ ਮਤਲਬ ਜਿਹੜਾ ਆਪਾਂ ਧਰਤੀ ਨੂੰ ਅਰਥ ਕਰਦੇ ਹਾਂ ਜਾਂ ਧਰਤੀ ਨੂੰ ਡਿਨੋਟ ਕਰਦੇ ਹਾਂ, ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਤੁਹਾਡੀਆਂ ਇੱਟਾਂ ਨੇ, ਫੈਬਰਿਕਸ ਨੇ, ਉਹਨਾਂ ਦਾ ਸਿੰਬਲ ਆਪਾਂ ਇਸ ਤਰ੍ਹਾਂ ਡਰਾ ਕਰਦੇ ਹਾਂਗੇ। ਕੰਕਰੀਟ ਆ ਜਿਵੇਂ ਸੀਮੈਂਟ ਹੋ ਗਿਆ, ਬਜਰੀ ਹੋ ਗਈ, ਉਹਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਲਿਕੁਇਡ ਆ, ਕੋਈ ਵੀ ਲਿਕੁਇਡ ਆ, ਚਾਹੇ ਵਾਟਰ ਹੈ, ਚਾਹੇ ਆਇਲ ਆ, ਚਾਹੇ ਪੈਟਰੋਲ ਆ, ਜੋ ਵੀ ਆ, ਜੋ ਲਿਕੁਇਡ ਆ ਗਿਆ ਉਹਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਦੇ ਹਾਂ। ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਡਰਾਇੰਗ ਬਣਾਉਂਦੇ ਹਾਂ ਤਾਂ ਕਈ ਵਾਰ ਕੋਈ ਚੈਨਲ, ਰਾਡ, ਗਾਡਰ ਜਾਂ ਸੈਕਸ਼ਨ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨੂੰ ਛੋਟੀ ਸਕੇਲ ਨਾਲ ਦਰਸਾਉਣ ਤੇ ਉਸਦੀ ਡਿਟੇਲ ਪਤਾ ਨਹੀਂ ਲੱਗਦੀ। ਵੱਡੀ ਸਕੇਲ ਦਰਸਾਉਣ ਤੇ ਉਸਦੀ ਪੂਰੀ ਲੰਬਾਈ ਸ਼ੀਟ ਉੱਪਰ ਨਹੀਂ ਆਉਂਦੀ। ਇਸ ਮੁਸ਼ਕਲ ਦੇ ਹੱਲ ਲਈ ਅਸੀਂ ਕਨਵੈਨਸ਼ਨਲ ਬ੍ਰੇਕਸ ਦਾ ਪ੍ਰਯੋਗ ਕਰਦੇ ਹਾਂ। ਇਹਨਾਂ ਚਿੰਨ੍ਹਾਂ ਦੀ ਸਹਾਇਤਾ ਨਾਲ ਅਸੀਂ ਲੰਬਾਈ ਸੈਕਸ਼ਨ ਦਾ ਉਹ ਭਾਗ ਜੋ ਜ਼ਿਆਦਾ ਮਹੱਤਵਪੂਰਨ ਨਹੀਂ ਹੈ, ਉਸ ਦੀ ਡਿਟੇਲ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਉਸ ਨੂੰ ਕਨਵੈਨਸ਼ਨ ਬ੍ਰੇਕ ਦੁਆਰਾ ਕੱਟਿਆ ਹੋਇਆ ਦਿਖਾਉਂਦੇ ਹਾਂ। ਤੇ ਅਲੱਗ-ਅਲੱਗ ਮਟੀਰੀਅਲ ਦੇ ਬ੍ਰੇਕ ਚਿੰਨ੍ਹ ਹੇਠ ਲਿਖੇ ਅਨੁਸਾਰ ਹਨ। ਜਿਵੇਂ ਸਪੋਜ਼ ਆਪਾਂ ਨੇ ਇੱਕ ਗਾਡਰ ਬਣਾਉਣਾ ਹੈ ਸ਼ੀਟ ਦੇ ਉੱਪਰ, ਲੋਹੇ ਦਾ ਗਾਡਰ ਆ, ਉਹਦੀ ਦੇਖੋ ਚੜਾਈ ਤਾਂ ਬਣ ਜੂਗੀ, ਉਚਾਈ ਤਾਂ ਬਣ ਜੂਗੀ, ਚੜਾਈ ਵੀ ਬਣ ਜੂਗੀ, ਬਟ ਅਗਰ ਲੰਬਾਈ ਨਹੀਂ ਨਾ ਬਣਨੀ, ਲੰਬਾਈ ਤਾਂ 10 ਫੁੱਟ ਜਾਂ 11 ਫੁੱਟ ਦਾ ਹੋਊਗਾ,
ਤਾਂ ਲੰਬਾਈ ਆਪਾਂ ਬਣਾ ਨਹੀਂ ਸਕਦੇ ਸ਼ੀਟ ਦੇ ਉੱਪਰ, ਪਰ ਉਹਦੀ ਹਾਈਟ ਬਣਾ ਸਕਦੇ ਹਾਂ। ਤਾਂ ਫਿਰ ਆਪਾਂ ਕੀ ਕਰਦੇ ਹਾਂ, ਉਹਦੇ ਵਿੱਚ ਇੱਕ ਬ੍ਰੇਕ ਪਾ ਦਿੰਦੇ ਹਾਂ। ਜਿਵੇਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ 'ਚ, ਸ਼ਾਰਟ ਬ੍ਰੇਕ ਲਾਈਨ ਜਾਂ ਲੌਂਗ ਬ੍ਰੇਕ ਲਾਈਨ। ਤਾਂ ਉਹ ਆਪਾਂ ਡਰਾਇੰਗ ਬਣਾ ਸਕਦੇ ਹਾਂ, ਪਰ ਬ੍ਰੇਕ ਪਾ ਕੇ ਬਣਾ ਦਿੰਦੇ ਹਾਂ, ਜੋ ਕਿ ਲੰਬਾਈ ਉਹਦੀ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦੀ। ਤਾਂ ਉਹਨਾਂ ਨੂੰ ਸਿੰਬਲਾਂ ਨੂੰ ਦਰਸਾਉਣ ਲਈ ਆਪਾਂ, ਜਿਵੇਂ ਰੈਕਟੈਂਗੂਲਰ ਸੈਕਸ਼ਨ ਹੈਗਾ, ਮਤਲਬ ਰੈਕਟੈਂਗੂਲਰ ਸੈਕਸ਼ਨ ਵੀ ਉਹਦੀ ਜਿਹਦੀ ਵਿਡਥ ਤੇ ਹਾਈਟ ਆ ਉਹ ਡਿਫਰੈਂਟ ਆ, ਇੱਕੋ ਹੀ ਨਹੀਂ ਹੈਗੀ। ਤਾਂ ਉਹਨੂੰ ਆਪਾਂ ਇਸ ਤਰ੍ਹਾਂ ਸ਼ੋਅ ਕਰਨਾ। ਰਾਊਂਡ ਸੈਕਸ਼ਨ ਆ ਗਈ, ਤੁਹਾਡੀ ਰੌਡ ਆ ਲੋਹੇ ਦੀ ਕੋਈ, ਉਹਨੂੰ ਆਪਾਂ ਇਸ ਤਰ੍ਹਾਂ ਸ਼ੋਅ ਕਰਨਾ, ਦੋਨੇ ਬਣਾਉਣੇ ਹੋਵੇ। ਪਾਈਪ ਆ, ਜਾਂ ਤੁਹਾਡੀ ਪਾਣੀ ਦੀ ਪਾਈਪ ਆ, ਜਾਂ ਤੁਹਾਡੀ ਟਿਊਬਾਂ ਨੇ, ਠੀਕ ਆ, ਰਬੜ ਦੀ ਪਾਈਪ ਆ, ਉਹਨੂੰ ਆਪਾਂ ਇਸ ਤਰ੍ਹਾਂ ਸ਼ੋਅ ਕਰਨਾ। ਵਿੱਚ ਹਿਡਨ ਲਾਈਨ ਲੱਗੀ ਹੈ, ਦੇਖੋ ਇਹਦੇ ਵਿੱਚ ਫਰਕ ਕੀ ਹੈ। ਰਾਊਂਡ ਸੈਕਸ਼ਨ ਦੇ ਵਿੱਚ ਹਿਡਨ ਲਾਈਨ ਲੱਗੀ ਹੋਈ ਹੈ। ਹਿਡਨ ਲਾਈਨ ਦਾ ਮਤਲਬ ਵੀ ਇੱਕ ਲੇਅਰ ਦੇ ਥੱਲੇ ਵੀ ਹੈਗੀ ਆ, ਜੋ ਆਪਾਂ ਨੂੰ ਬਾਹਰੋਂ ਨਹੀਂ ਦਿਖਦੀ, ਇੱਥੋਂ ਸਾਹਮਣੇ ਦਿਖਦੀ ਹੈ। ਇੱਕ ਆ ਉੱਪਰ ਵਾਲੀ ਪਾਈਪ ਦਾ ਐਕਸਟਰਨਲ ਡਾਇਆ ਹੋ ਗਿਆ, ਅੰਦਰ ਵਾਲਾ ਇੰਟਰਨਲ ਡਾਇਆ ਹੋ ਗਿਆ, ਇਸ ਲਈ ਆਪਾਂ ਨੇ ਹਿਡਨ ਲਾਈਨ ਸ਼ੋਅ ਕੀਤੀ ਹੈ। ਇਹਨਾਂ ਦੋਨਾਂ ਜਿਹੜੀ ਤੁਸੀਂ ਮਰਜ਼ੀ ਬਣਾ ਸਕਦੇ ਹੋ। ਇੱਕ ਵੁੱਡ ਜਾਂ ਰੈਕਟੈਂਗੂਲਰ ਸੈਕਸ਼ਨ, ਜਿਵੇਂ ਤੁਹਾਡਾ ਲੱਕੜ ਦਾ ਬਾਲਾ ਗਾ, ਉਸ ਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਨਾ ਗਾ, ਠੀਕ ਹੈ। ਰੋਲਡ ਸੈਕਸ਼ਨ, ਜਿਹੜੇ ਗਾਡਰ ਹੁੰਦੇ ਨੇ ਆਪਣੇ ਲੋਹੇ ਦੇ, ਜੇ ਸਾਹਮਣੇ ਦੇਖੋਗੇ ਉਹ ਇਸ ਤਰ੍ਹਾਂ ਆਈ ਸ਼ੇਪ 'ਚ ਹੁੰਦੇ ਆ, ਠੀਕ ਹੈ, ਉਹਨੂੰ ਆਪਾਂ ਇਸ ਤਰ੍ਹਾਂ ਡਿਨੋਟ ਕਰਨਾ। ਚੈਨਲ ਸੈਕਸ਼ਨ, ਜਿਹੜੀ ਸੀ ਟਾਈਪ ਹੁੰਦੇ ਨੇ, ਉਹਨੂੰ ਤੁਸੀਂ ਇਸ ਤਰ੍ਹਾਂ ਡਿਨੋਟ ਕਰਨਾ। ਇਹ ਤੁਸੀਂ ਯਾਦ ਰੱਖਣੇ ਨੇ ਕਨਵੈਂਸ਼ਨਲ ਸਿੰਬਲ। ਸ਼ਾਰਟ ਬ੍ਰੇਕ ਲਾਈਨ, ਕਨਵੈਂਸ਼ਨਲ ਸਿੰਬਲ ਆਫ ਸੈਕਸ਼ਨਸ ਤੇ ਕਨਵੈਂਸ਼ਨਲ ਸਿੰਬਲ ਆਫ ਮਟੀਰੀਅਲਸ। ਤਾਂ ਹੁਣ ਆਪਾਂ ਨੈਕਸਟ ਵੀਡੀਓ ਜਿਹੜੀ ਆਪਾਂ ਲੈ ਕੇ ਆਵਾਂਗੇ ਇੰਜੀਨੀਅਰਿੰਗ ਡਰਾਇੰਗ ਪਾਰਟ 3, ਉਹਦੇ ਵਿੱਚ ਹਾਊ ਟੂ ਡਰਾ ਪੈਂਟਾਗਨ ਕਿਵੇਂ ਡਰਾ ਕਰਦੇ ਆ, ਹੈਕਸਾਗਨ ਕਿਵੇਂ ਕਰਦੇ ਆ, ਹੈਪਟਾਗਨ ਕਿਵੇਂ ਕਰਦੇ ਆ, ਆਕਟਾਗਨ ਕਿਵੇਂ ਕਰਦੇ ਆ ਇਨਸਕ੍ਰਾਈਬਡ ਸਰਕਲ ਦੇ ਵਿੱਚ, ਉਹਦੇ ਬਾਰੇ ਡਿਸਕਸ ਕਰਾਂਗੇ। ਸੋ ਥੈਂਕਸ ਫਾਰ